गुरु वाहिगुरु 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸ ਕਰਦੇ ਹਾਂ ਆਪ ਸਾਰੇ ਠੀਕ ਠਾਕ ਹੋਵੋਗੇ। ਸਮਾਂ ਕੱਢ ਕੇ ਗੁਰਬਾਣੀ ਗੁਰੂ ਨਾਲ ਸਾਂਝ ਪਾਉਣ ਦਾ ਇਹ ਜੋ ਸਾਡਾ ਸਬਕ ਬਣਿਆ ਸਾਡੇ ਸਾਰਿਆਂ ਦਾ, ਗੁਰੂ ਮਹਾਰਾਜ ਦਾ ਤਰਸ ਹੈ ਕਿ ਇਸੇ ਤਰ੍ਹਾਂ ਸਾਨੂੰ ਗੁਰਬਾਣੀ ਦੀ ਸੋਝੀ ਬਖਸ਼ਦਾ ਰਵੇ ਔਰ ਅਸੀਂ ਉਹਦੇ ਪਿਆਰ 'ਚ ਉਹਦੇ ਭਾਣੇ 'ਚ ਰਹਿ ਕੇ ਗਿਆਨ ਨਾਲ ਸਾਂਝ ਪਾਉਂਦੇ ਰਹੀਏ। ਆਪਣਾ ਵਿਸ਼ਾ ਚੱਲਦਾ ਆ ਰਿਹਾ ਹੈ ਗੁਰਬਾਣੀ ਅਤੇ ਪਾਠ। ਸੋ ਉਹ ਲਿਸਟ ਵੀ ਸ਼ਾਇਦ ਮੈਂ ਸਾਂਝੀ ਕੀਤੀ ਸੀ ਔਰ ਆਪ ਜੀ ਨੇ, ਲੱਗਦਾ ਤੇ ਮੈਨੂੰ ਨਹੀਂ ਹੁੰਦਾ, ਲੇਕਿਨ ਹੋ ਸਕਦਾ ਕਿਸੇ ਨੇ ਮਿਹਨਤ ਕੀਤੀ ਹੋਵੇ, ਸ਼ਬਦ ਕੋਈ ਪੜ੍ਹੇ ਹੋਣ ਆਪਣੇ ਇਸ ਵਿਚਾਰ ਤੋਂ ਪਹਿਲਾਂ। ਜਦੋਂ ਆਪਾਂ ਸਬਜੈਕਟ ਜਾਂ ਸ਼ਬਦ ਪਹਿਲਾਂ ਪੜ੍ਹ ਕੇ ਰੱਖੀਏ ਫਿਰ ਸਾਨੂੰ ਕਈ ਗੱਲਾਂ ਜਿਹੜੀਆਂ ਸਮਝਣੀਆਂ ਸੌਖੀਆਂ ਹੋ ਜਾਂਦੀਆਂ ਨੇ। ਸੋ ਆਓ ਆਪਾਂ ਆਪਣੀ ਜਿਹੜੀ ਲੜੀ ਹੈ ਉਹ ਅੱਗੇ ਤੋਰਦੇ ਹੋਏ ਦੇਖੀਏ ਕਿ ਅੱਜ ਸਾਨੂੰ ਗੁਰੂ ਸਾਹਿਬ ਕੀ ਉਪਦੇਸ਼ ਦੇ ਰਹੇ ਨੇ। ਅੱਜ ਅਸੀਂ ਉਹੀ ਵਿਸ਼ਾ ਜਿਹੜਾ ਅੱਗੇ ਲੈ ਕੇ ਜਾਣਾ, ਗੁਰਬਾਣੀ ਅਤੇ ਪਾਠ ਦਾ ਵਿਸ਼ਾ ਜਿਹੜਾ ਸਾਡਾ ਅਸੀਂ ਚਲਾਉਂਦੇ ਆ ਰਹੇ ਹਾਂ। ਇੱਕ ਸੈਕਿੰਡ ਮੈਂ ਸਕਰੀਨ ਸ਼ੇਅਰ ਕਰਾਂ ਔਰ ਦੱਸਦਾ ਚੱਲਾਂ ਅੱਜ ਦੇ
ਸ਼ਬਦ ਦੇ ਬਾਰੇ। ਜਿਹੜਾ ਪਹਿਲਾ ਅਸੀਂ ਵਿਚਾਰਨਾ ਹੈ ਉਹ ਹੈ ਵਾਰ ਦੇ ਵਿੱਚੋਂ ਆਸਾ ਮਹੱਲਾ ਪਹਿਲਾ। ਉਹ ਸ਼ਲੋਕ ਹੈ, ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ, ਲੱਖ ਤਪ ਉੱਪਰ ਤੀਰਥ ਸਹਿਜੋ ਬੇਬਾਨ। ਇਹਦੀ ਅਸੀਂ ਅੱਜ ਵਿਚਾਰ ਆਰੰਭ ਕਰਾਂਗੇ। ਪਹਿਲਾਂ ਦੇਰੀ ਲਈ ਅੱਜ ਮੈਂ ਮਾਫੀ ਮੰਗਦਾ, ਕਿਉਂਕਿ ਜ਼ੂਮ ਦਾ ਅਕਾਊਂਟ ਫॉर ਸਮ ਰੀਜ਼ਨ ਬੰਦ ਹੋ ਗਿਆ ਸੀ, ਤੇ ਨਹੀਂ ਤਾਂ ਮੈਂ ਆਲਵੇਜ਼ ਜਿਹੜਾ ਇਹ 8:15 ਇਹਨੂੰ ਔਨ ਕਰ ਦਿੰਦਾ ਹੁੰਦਾ, ਤੇ ਉਹ ਫਿਰ ਮੈਨੂੰ ਸੌਰਟ ਆਊਟ ਕਰਦੇ ਥੋੜਾ ਜਿਹਾ ਸਮਾਂ ਲੱਗ ਗਿਆ। ਆਓ ਹੁਣ ਆਪਾਂ ਜਿਹੜੀ ਆਪਣੀ ਸ਼ਬਦ ਦੀ ਵਿਚਾਰ ਹੈ ਉਹ ਦੇਖੀਏ। ਸਾਨੂੰ ਅੱਜ ਕੀ ਪਾਤਸ਼ਾਹ ਮਹੱਲਾ ਪਹਿਲਾ ਸਾਨੂੰ ਕੀ ਗਿਆਨ ਦਿੰਦੇ ਨੇ। ਪਿਛਲੇ ਬੈਠਕਾਂ ਦੇ ਵਿੱਚ ਅਸੀਂ ਕਾਫੀ ਆਪਣੇ ਜਿਹੜੇ ਭੁਲੇਖੇ ਸੀ ਉਹ ਦੂਰ ਕਰਦੇ ਆ ਰਹੇ ਹਾਂ ਗੁਰਬਾਣੀ ਦੇ ਜ਼ਰੀਏ। ਹੋਰ ਕੋਈ ਅਸੀਂ ਕਥਾ ਕਹਾਣੀਆਂ ਵਿੱਚ ਨਹੀਂ ਲੈ ਕੇ ਆਉਂਦੇ। ਕੋਈ ਬਾਹਰੋਂ ਸਾਖੀਆਂ ਠੀਕ ਹੈ, ਉਹ ਪੜ੍ਹਦੇ ਨੇ, ਸਾਰੇ ਸੁਣਦੇ ਨੇ, ਠੀਕ ਹੈ, ਲੇਕਿਨ ਗੁਰਬਾਣੀ ਦੇ ਵਿੱਚ ਅਸੀਂ ਉਹਨਾਂ ਨੂੰ ਮਿਕਸਅਪ ਨਹੀਂ ਕਦੇ ਕੀਤਾ ਜਾਂ ਉਹਨਾਂ ਦਾ ਆਸਰਾ ਲਿਆ ਹੋਵੇ, ਕਿਉਂਕਿ ਗੁਰਬਾਣੀ ਨੂੰ ਗੁਰਬਾਣੀ ਦੇ ਨਾਲ ਖੋਲ੍ਹਣਾ ਹੀ ਸਿਆਣਪ ਹੈ। ਗੁਰਬਾਣੀ ਨੂੰ ਗੁਰਬਾਣੀ ਦੇ ਨਾਲ ਖੋਲ੍ਹਣਾ ਹੀ ਸਿਆਣਪ ਹੈ। ਇਸ ਤੋਂ ਉੱਪਰ ਹੋਰ ਕੋਈ ਤਰੀਕਾ ਨਹੀਂ ਹੈ। ਪਹਿਲਾ ਜਿਹੜਾ ਸਾਡਾ ਵਾਰ ਦੇ ਵਿੱਚੋਂ ਸ਼ਬਦ ਹੈ ਉਹ ਇੱਥੋਂ ਸ਼ੁਰੂ ਹੁੰਦਾ, ਸ਼ਲੋਕ ਮਹੱਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ। ਮੈਨੂੰ ਅੱਜ ਥੋੜਾ ਜਿਹਾ ਕੰਪਿਊਟਰ ਦਾ ਸਿਸਟਮ ਆਈ ਡੋਂਟ ਨੋ ਕਿ ਇਹਨੂੰ ਕੀ ਹੋਇਆ। ਮੇਰੀ ਸਕਰੀਨ ਵੀ ਜੋ ਗੁਰਬਾਣੀ ਦੀ ਐਪ ਆਪਾਂ ਖੋਲਦੇ ਸੀ ਉਹ ਵੀ ਅੱਜ ਥੋੜੀ ਜਿਹੀ ਮੈਨੂੰ ਤੰਗ ਕਰ ਰਹੀ ਹੈ ਖੋਲਣ ਦੇ ਵਿੱਚ। ਤੇ ਚਲੋ ਖੈਰ ਕੋਈ ਗੱਲ ਨਹੀਂ, ਆਪਾਂ ਸ਼ਬਦ ਦੀ ਵਿਚਾਰ ਸ਼ੁਰੂ ਕਰਦੇ ਹਾਂ। ਜੇ ਵਿੱਚ ਵਿਚਾਲੇ ਮੈਨੂੰ ਲੱਗ ਗਿਆ ਤੇ ਆਪਾਂ ਇਹਨੂੰ ਖੋਲ ਲਾਂਗੇ। ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ। ਹੁਣ ਇਹਦੇ ਵਿੱਚ ਪ੍ਰਕਿਰਤੀ ਦੀ ਜਿਹੜੀ ਰਚਨਾ ਹੈ ਉਹਦੀਆਂ ਪਾਤਸ਼ਾਹ ਸਾਨੂੰ ਐਗਜ਼ਾਮਪਲਸ ਲੈ ਕੇ ਗਾਈਡ ਕਰ ਰਹੇ ਨੇ, ਗੁਰਬਾਣੀ ਦੇ ਰਹੇ ਨੇ, ਗਿਆਨ ਦੇ ਰਹੇ ਨੇ। ਪ੍ਰਕਿਰਤੀ ਦੀ ਰਚਨਾ, ਬਿਰਖ, ਤੀਰਥ, ਤੱਟ, ਮੇਘ, ਖੇਤ, ਦੀਪਾਂ ਲੋਆਂ ਮੰਡਲਾਂ, ਖੰਡਾਂ ਵਰਪੰਡਾਂ। ਇਹ ਪ੍ਰਕਿਰਤੀ ਦੀ ਰਚਨਾ, ਵਰਪੰਡਾਂ ਕਹਿੰਦੇ ਤਾਰਿਆਂ ਦਾ ਟੁੱਟਣਾ ਤੇ ਬਣਨਾ, ਅੰਡਜ, ਚਾਰ ਖਾਣੀਆਂ, ਇਹਦਾ ਜਿਹੜਾ ਅੰਦਾਜ਼ਾ ਹੈ ਇਹ ਕੇਵਲ ਤੇ ਕੇਵਲ ਅਕਾਲ ਪੁਰਖ ਕੋਲ ਹੈ। ਜੋ ਵੀ ਜੀਵ ਪੈਦਾ ਕੀਤੇ ਨੇ ਉਹਨਾਂ ਵਾਸਤੇ ਰਿਜ਼ਕ ਵੀ ਪੈਦਾ ਕੀਤਾ ਹੈ। ਉਹਨਾਂ ਵਾਸਤੇ ਰਿਜ਼ਕ ਵੀ ਪੈਦਾ ਕੀਤਾ। ਮਨੁੱਖ, ਰੁੱਖ, ਤੀਰਥ, ਤੱਟ, ਨਦੀਆਂ, ਬੱਦਲ, ਖੇਤ, ਉਸ ਤੋਂ ਬਾਅਦ ਦੀਪਾਂ ਲੋਆਂ ਮੰਡਲਾਂ ਖੰਡਾਂ ਵਰਪੰਡਾਂ। ਇਹ ਅੰਡਜ ਜੇਰਜ ਉਤਪੁਜਾਂ ਖਾਣੀ ਸੇਤ ਜਾਂ ਸੋਮਿਤ ਜਾਣੇ ਨਾਨਕਾ ਸਰਾਂ ਮੇਰਾ ਜਨਤਾ। ਨਾਨਕ ਜਨ ਤੋਂ ਪਾਏ ਕੈ ਸੰਮਾਲੇ ਸਭਨਾ, ਸੋ ਕਰਤਾ ਚਿੰਤਾ ਕਰੇ ਜਿਹਨੂੰ ਪਾਇਆ ਜਗ। ਤਿਸ ਜੁਹਾਰੀ ਸਵਸਤ ਤਿਸ ਤਿਸ ਦੀਵਾਨ ਅਭਗ, ਨਾਨਕ
ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ। ਇਹਦੇ ਵਿੱਚ ਵੀ ਬੜੀ ਇੰਪੋਰਟੈਂਟ ਚੀਜ਼ ਖੁੱਲ ਕੇ ਅੱਜ ਆਏਗੀ ਸਾਡੇ ਕੋਲ। ਸ਼ਲੋਕ ਦੇ ਵਿੱਚ। ਸੋ ਆਪਾਂ ਉਹਨੂੰ ਸ਼ੁਰੂ ਕਰਦੇ ਹਾਂ ਕਿ ਜੋ ਵੀ ਜੀਵ ਕਰਤੇ ਪੁਰਖ ਨੇ ਪੈਦਾ ਕੀਤੇ ਨੇ, ਰਿਜ਼ਕ ਵੀ ਉਹ ਦਿੰਦਾ, ਪਾਲਣਾ ਵੀ ਉਹ ਕਰਦਾ, ਕਾਰਨ ਵਸੀਲਾ ਵੀ ਉਹ ਬਣਾ ਦਿੰਦਾ। ਸਾਨੂੰ ਬਹੁਤੀ ਚਿੰਤਾ ਨਹੀਂ ਕਰਨੀ ਚਾਹੀਦੀ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਬਾਬਾ ਨਾਨਕ ਕਹਿੰਦੇ ਆ ਕਿ ਆਓ ਅਸੀਂ ਨਾਮ ਜਪੀਏ। ਚਿੰਤਾ ਉਸ ਕਰਤੇ ਪੁਰਖ ਨੂੰ ਕਰਨ ਦਿਓ ਜਿਹਨੇ ਆਲਰੇਡੀ ਰਿਸਪਾਂਸਿਬਿਲਿਟੀ ਲਈ ਹੋਈ ਆ ਸਾਡੀ। ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ। ਬਾਬਾ ਨਾਨਕ ਕਹਿੰਦਾ ਆਓ ਅਸੀਂ ਕੇਵਲ ਨਾਮ ਜਪੀਏ, ਚਿੰਤਾ ਉਹਨੂੰ ਕਰਨ ਦਿਓ। ਰੱਬ ਦੀ ਇਬਾਦਤ ਜਿਹੜੀ ਹੈ ਨਾ, ਉਹ ਇਸਲਾਮਕ ਤੇ ਸਨਾਤਨ ਤਰੀਕੇ ਦੇ ਨਾਲ ਹੋ ਰਹੀ ਸੀ। ਜੁਹਾਰੀ ਦੋ ਲਫ਼ਜ਼ ਆਏ ਇੱਥੇ, ਮੈਂ ਇਹਨਾਂ ਵੱਲ ਥੋੜਾ ਜਿਹਾ ਤਵੱਜੋ ਦਊਂਗਾ। ਤਿਸ ਜੁਹਾਰੀ ਸਵਸਤ ਤਿਸ। ਜੁਹਾਰੀ ਜਿਹੜੀ ਹੈ, ਮੁਸਲਮਾਨ ਜੁਹਾਰ ਕਰਕੇ ਆਪਣੀ ਇਬਾਦਤ ਕਰਦੇ ਸੀ, ਔਰ ਹਿੰਦੂ ਧਰਮ ਦੇ ਵਿੱਚ ਨਮਸਕਾਰ ਬਾਰ-ਬਾਰ ਮੱਥੇ ਟੇਕਣ ਦਾ ਰਿਵਾਜ ਸੀ। ਸਵਸਤ ਕਹਿੰਦੇ ਹੈ ਨਮਸਕਾਰ ਨੂੰ। ਸੋ ਰੱਬ ਦੀ ਜਿਹੜੀ ਉਸ ਵੇਲੇ ਭਗਤੀ ਪੂਜਾ ਇਸਲਾਮਕ ਤੇ ਸਨਾਤਨ ਤਰੀਕੇ ਨਾਲ ਹੋ ਰਹੀ ਸੀ। ਉਹ ਬਾਬਾ ਨਾਨਕ ਦੱਸਦੇ ਹੈ ਕਿ ਪ੍ਰਭੂ ਦਾ ਆਸਰਾ ਕੇਵਲ ਜੀਵ ਵਾਸਤੇ ਅਟੱਲ ਹੈ। ਜਿਹੜਾ ਉਹਦਾ ਦੀਵਾਨ ਹੈ ਉਹ ਕਦੇ ਖਤਮ ਹੋਣ ਵਾਲਾ ਨਹੀਂ ਹੈ। ਇਸ ਦੀਵਾਨ ਅਭੰਗ, ਉਹਦੀ ਜਿਹੜੀ ਅਸੈਂਬਲੀ ਹੈ ਕਦੇ ਟੁੱਟਦੀ ਨਹੀਂ ਹੈ। ਦੀਵਾਨ ਕਹਿੰਦੇ ਕੋਰਟ ਨੂੰ, ਅਸੈਂਬਲੀ ਨੂੰ, ਉਹ ਕਦੇ ਭੰਗ ਨਹੀਂ ਹੁੰਦੀ, ਉਹ ਕਦੇ ਖਤਮ ਨਹੀਂ ਹੁੰਦੀ। ਹੁਣ ਲਾਸਟ ਲਾਈਨ ਬੜੀ ਇੰਪੋਰਟੈਂਟ ਹੈ। ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ। ਹੁਣ ਇੱਥੇ ਸਾਨੂੰ ਦੱਸਦਾ ਵੀ ਇਹਨੂੰ ਟਿੱਕਾ ਪੜ੍ਹਨਾ ਹੈ। ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਇਹ ਦੱਸਦੇ ਆ ਵੀ ਉਹ ਹਰੀ ਦਾ ਸੱਚਾ ਨਾਮ ਸਿਮਰਨ ਤੋਂ ਬਿਨਾ ਟਿੱਕਾ ਜਨੇਊ ਆਦਿਕ ਧਾਰਮਿਕ ਭੇਖ ਕਿਸੇ ਅਰਥ ਨਹੀਂ। ਇਹ ਬਾਪੂ ਜੀ ਨੇ ਖੋਲਿਆ ਗੁਰਬਾਣੀ ਦੇ ਵਿੱਚੋਂ ਐਗਜ਼ਾਮਪਲ ਲੈ ਲੈ ਕੇ। ਇਹ ਟਿੱਕਾ ਨਹੀਂ ਹੈ। ਟਿੱਕੇ ਦਾ ਤੇ ਉੱਤੇ ਜ਼ਿਕਰ ਹੀ ਨਹੀਂ ਆ ਰਿਹਾ। ਉੱਤੇ ਜ਼ਿਕਰ ਜਿਹੜਾ ਦੇਖੋ, ਸ਼ਲੋਕ ਮਹੱਲਾ ਪਹਿਲਾ, ਕੁਦਰਤੀ ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ। ਬੜੀ ਈਜ਼ੀ ਹੈ। ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂ, ਅੰਡਜ ਜੇਰਜ ਉਤ ਭੁਜਾਂ ਖਾਣੀ ਸੇਤ ਜਾਂ, ਸੋ ਮਿਤ ਜਾਣੈ ਨਾਨਕਾ ਸਰਾ ਮਰਾਂ ਜਨਤਾਂ। ਇਹ ਸਭ ਦਾ ਅੰਦਾਜ਼ਾ ਜਿਹੜਾ ਇਹ ਕਰਤੇ ਪੁਰਖ ਦੇ ਕੋਲ ਹੈ। ਇਹ ਵੀ ਬੇਅੰਤ ਨੇ। ਖਾਣੀਆਂ, ਜੂਨਾਂ, ਦੀਪ, ਲੋ, ਮੰਡਲ, ਖੰਡ, ਵਰਭੰਡ, ਇਹ ਵੀ ਬੇਅੰਤ ਨੇ, ਕੁਦਰਤ ਦਾ ਬੇਅੰਤ ਹਿੱਸਾ ਹੈ। ਪਰ ਇਹਦੇ ਬਾਰੇ ਅੰਦਾਜ਼ਾ ਕੇਵਲ ਤੇ ਕੇਵਲ ਕਰਤੇ ਪੁਰਖ ਦੇ ਕੋਲ ਹੈ। ਨਾਨਕ ਜੰਤ ਉਪਾਏ ਕਹਿ ਸੰਮਾ ਲੈ ਸਭਨਾ। ਉਹਨੇ ਜੰਤ ਵੀ ਉਪਾਏ ਆ ਤੇ ਪ੍ਰਭੂ ਆਪ ਉਹਨਾਂ ਦੀ ਪਾਲਣਾ ਵੀ ਕਰਦਾ। ਜਿਨ ਕਰਤੇ ਕਰਨਾ ਕੀਆ ਚਿੰਤਾ ਵੀ ਕਰਨੀ ਤਾ। ਅਸੀਂ ਬਹੁਤੇ ਫਿਕਰਾਂ 'ਚ ਆਪਣੇ ਸੱਤਾਂ ਪੁਸ਼ਤਾਂ ਦੀ ਜੋਗੀ ਮਾਇਆ ਸਾਨੂੰ ਜੋੜਨ ਦੀ ਲੋੜ ਨਹੀਂ ਹੈ। ਕਰਤੇ ਪੁਰਖ ਨੇ ਜਿਹਨੂੰ ਬਣਾਇਆ ਉਹਦੀ ਪਾਲਣਾ ਉਹਨੇ ਕਰਨੀ ਹੈ। ਸੋ ਕਰਤਾ ਚਿੰਤਾ ਕਰੇ, ਉਹੀ ਪਾਲਣਾ ਕਰੇਗਾ। ਬਾਬਾ ਨਾਨਕ ਕਹਿੰਦਾ ਤਿਸ ਜੁਹਾਰੀ ਸਵਸਤ ਤਿਸ ਦੀਵਾਨ ਅਭਗ। ਵੀ ਜਿਹੜਾ ਕਦੇ ਖਤਮ ਹੋਣ ਵਾਲਾ ਨਹੀਂ ਹੈ, ਉਸ ਨੂੰ ਹੀ ਮੇਰੀ ਜੁਹਾਰ ਹੈ, ਉਸ ਨੂੰ ਹੀ ਮੇਰਾ ਨਮਸਕਾਰ ਹੈ। ਜੁਹਾਰ ਹੁੰਦਾ ਬਾਰ-ਬਾਰ ਨੀਵੇਂ ਉੱਚੇ ਹੋ ਕੇ, ਜਿਸ ਤਰ੍ਹਾਂ ਮੁਸਲਿਮ ਭਰਾ ਕਰਦੇ ਨੇ, ਉਹ ਜੁਹਾਰਾਂ ਕਰਦੇ ਨੇ ਜਦੋਂ ਨਮਾਜ਼ ਪੜ੍ਹਦੇ ਨੇ। ਤੇ ਸਵਸਤ ਇਹ
ਇੱਕੋ ਵਾਰੀ ਨਮਸਕਾਰ ਕਰਦੇ ਨੇ। ਪਰ ਅਖੀਰ ਤੇ ਨਿਚੋੜ ਤੁਕ ਦੇ ਵਿੱਚ ਨਿਕਲ ਰਿਹਾ ਕਿ ਨਾਨਕ ਸੱਚੇ ਨਾਮ ਬਿਨ, ਬਿਨ ਦੇ ਨੰਨੇ ਨੂੰ ਔਂਕੜ ਹੈ। ਆਪਣੇ ਫੋਨਸ ਤੇ ਤੁਸੀਂ ਇਹ ਕੱਢ ਸਕਦੇ ਹੋ, ਬਿਨ ਦੇ ਨੰਨੇ ਨੂੰ। ਕਹਿੰਦੇ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਹੈ। ਇਹ ਟਿਕਾ ਹੈ, ਟਿੱਕਾ ਨਹੀਂ ਹੈ। ਨਾਮ ਤੋਂ ਬਿਨਾ ਟਿਕਾ ਮਨ ਖੜਾ ਹੀ ਨਹੀਂ ਹੋ ਸਕਦਾ। ਮਨ ਵਿਚਾਰਾਂ ਤੋਂ ਪਰੇ ਜਾ ਹੀ ਨਹੀਂ ਸਕਦਾ। ਨਾਨਕ ਸੱਚੇ ਨਾਮ ਬਿਨ ਕਿਆ ਟਿਕਾ। ਇਹ ਸਾਰੀ ਕੁਦਰਤ ਸਾਜੀ ਹੈ। ਉਹ ਕਹਿ ਵੀ ਰਹੇ ਹੈ ਕਿ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਸ ਨੂੰ ਫੇਰ ਉਹਦੀ ਹੀ ਇਬਾਦਤ ਬਾਬਾ ਨਾਨਕ ਕਰ ਰਹੇ ਹੈ। ਤਿਸ ਜੁਹਾਰੀ ਸਵਸਤ ਤਿਸ ਦੀਵਾਨ ਅਭਗ, ਜਿਹੜਾ ਕਦੇ ਖਤਮ ਹੋਣ ਵਾਲਾ ਨਹੀਂ ਹੈ, ਜਿਹਦਾ ਦੀਵਾਨ ਕਦੇ ਖਤਮ ਹੋਣ ਵਾਲਾ ਨਹੀਂ ਹੈ। ਕਹਿੰਦੇ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ। ਤਗ ਹੁੰਦਾ ਹੈ ਕੋਈ ਵਸਤ। ਇਹ ਆਪਾਂ ਕਹਿੰਦੇ ਆ ਕਿ ਜਦੋਂ ਬਾਜ਼ਾਰੋਂ ਆਪਾਂ, ਇਹ ਵੀ ਇੱਕ ਪੰਜਾਬ ਦੀ ਪੁਰਾਣੀ ਬੋਲੀ ਹੈ। ਆਪਾਂ ਕਹਿੰਦੇ ਸੀ, ਆਪਾਂ ਜਦੋਂ ਬਾਜ਼ਾਰੋਂ ਵਸਤ ਖਰੀਦਦੇ ਸੀ ਨਾ, ਨਹੀਂ ਯਾਰ ਇਹ ਘਟੀਆ ਕੱਪੜਾ ਲੱਗਦਾ ਮੈਨੂੰ, ਇਹ ਬਹੁਤਾ ਚੱਲਣਾ ਨਹੀਂ, ਇਹ ਬਹੁਤੀ ਹੰਡਣੀ ਨਹੀਂ, ਇਹ ਤਗਣੀ ਨਹੀਂ। ਇਹ ਉਹ ਲਫ਼ਜ਼ ਹੈ, ਤਗਣੀ ਨਹੀਂ। ਕੋਈ ਇਹ ਹੰਡਣ ਵਾਲੀ ਨਹੀਂ। ਕਿਆ ਟਿਕਾ ਕਿਆ ਤਗ। ਨਾ ਟਿਕਾ, ਨਾਮ ਤੋਂ ਬਿਨਾ ਜੇ ਆ ਵੀ ਗਿਆ ਤੇ ਉਸ ਦੀ ਫਿਰ ਕੰਟੀਨਿਊਟੀ ਨਹੀਂ ਹੋ ਸਕਦੀ। ਉਹ ਪ੍ਰੋਲੋਂਗ ਨਹੀਂ ਕਰੇਗਾ। ਜੇ ਥੋੜਾ ਬਹੁਤ ਆਨੰਦ ਆ ਵੀ ਗਿਆ, ਚਲੋ ਮੰਨ ਲਈਏ ਕਿ ਆਪਾਂ ਨੂੰ ਆਹ ਕੰਮ ਕਰਕੇ ਆਨੰਦ ਆ ਗਿਆ, ਉਹ ਪ੍ਰੋਲੋਂਗ ਨਹੀਂ ਕਰੇਗਾ, ਸਦਾ ਵਾਸਤੇ ਨਹੀਂ ਹੋਏਗਾ। ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ। ਇਹ ਹੈ ਇੱਥੇ ਬਣਦਾ। ਟਿੱਕੇ ਟੁੱਕੇ ਦੀ ਕੋਈ ਗੱਲ ਹੀ ਨਹੀਂ ਆਈ ਨਾ। ਅੱਗੇ ਆਈਏ, ਅੱਗੇ ਆਪਾਂ ਚੱਲਦੇ ਹਾਂ ਹੋਰ। ਅੱਗੇ ਲਿਖਿਆ ਮਹੱਲਾ ਪਹਿਲਾ, ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ। ਬੇਸ਼ੱਕ ਲੱਖ ਨੇਕੀਆਂ ਚੰਗਿਆਈਆਂ ਪੁੰਨ ਪੰਜ ਪ੍ਰਵਾਨ ਹੋਣ ਵਾਸਤੇ ਕਰੀ ਜਾ। ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਨ। ਤੀਰਥਾਂ ਤੇ ਜਾ ਕੇ, ਜੰਗਲਾਂ 'ਚ ਜਾ ਕੇ ਮਨ ਦੇ ਟਿਕਾ ਲਈ ਯੋਗ ਸਾਧਨਾ ਕਰੀ ਜਾ। ਲੱਖ ਸੂਰਤਨ ਸੰਗਰਾਮ ਰਣ ਮੈਂ ਛੁੱਟੇ ਪ੍ਰਾਣ। ਰਣ ਭੂਮੀ ਵਿੱਚ ਸੂਰਮੇ ਵਾਲੇ ਬਹਾਦਰੀ ਦੇ ਕਾਰਨਾਮੇ ਦਿਖਾਉਣੇ ਤੇ ਜੰਗ ਵਿੱਚ ਵੈਰੀ ਦੇ ਸਨਮੁਖ ਜਾਨ ਕੁਰਬਾਨ ਕਰ ਦੇਣੀ। ਬੇਸ਼ੱਕ ਇਹ ਵੀ ਕਰ ਲਾ। ਲੱਖ ਸੁਰਤੀ ਲੱਖ ਗਿਆਨ ਧਿਆਨ ਪੜ੍ਹੀਏ ਪਾਠ ਪੁਰਾਣ। ਲੱਖਾਂ ਤਰੀਕਿਆਂ ਨਾਲ ਸੁਰਤ ਦੇ ਟਿਕਾ ਲਈ ਗਿਆਨ ਚਰਚੇ ਕਰੀ ਜਾ ਤੇ ਬਾਰੰਬਾਰ ਧਾਰਮਿਕ ਪੁਸਤਾਂ ਦੇ ਅਨੇਕਾਂ ਵਾਰ ਪਾਠ ਵੀ ਕਰੀ ਜਾ। ਲੱਖ ਸੁਰਤੀ ਲੱਖ ਗਿਆਨ ਧਿਆਨ ਪੜ੍ਹੀਏ ਪਾਠ ਪੁਰਾਣ। ਜਿਨ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣ। ਜਿਸ ਰੱਬ ਨੇ, ਜਿਸ ਕਰਤੇ ਪੁਰਖ ਨੇ ਕੁਦਰਤ ਰਚੀ, ਜਨਮ ਮਰਨ ਨੀਅਤ ਕੀਤਾ, ਉਸ ਦੀ ਬਖਸ਼ਿਸ਼ ਦੇ ਪਾਤਰ ਬਣਨ ਲਈ ਨਾਮ ਅਭਿਆਸ ਹੀ ਉੱਤਮ ਮਤ ਹੈ। ਜਿਨ ਕਰਤੈ ਕਾਰਨ ਕੀਆ ਲਿਖਿਆ ਆਵਣ ਜਾਣ। ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ। ਮਤੀ ਮਿਥਿਆ, ਮਤ ਅਕਲ, ਜੋ ਮਿੱਥ ਵਾਲੇ ਪਾਸੇ। ਨਾਨਕ ਜੋਤ ਆਖਦੀ ਹੈ, ਮਨਮੁਖ ਹੋ ਕੇ ਮਿਥਿਆ ਵਾਲੇ ਸਾਰੇ ਕਰਮ ਵਿਅਰਥ ਨੇ। ਰੱਬ ਦੀ ਦਰਗਾਹ ਤੇ ਕਬੂਲ ਹੋਣ ਵਾਸਤੇ ਪ੍ਰਭ ਦਾ ਗੁਰ ਪ੍ਰਸਾਦ ਇਹੋ ਕੇਵਲ ਪੰਜ ਪ੍ਰਵਾਨ ਤੱਕ ਲੈ ਕੇ ਜਾ ਸਕਦਾ ਹੈ। ਨਿਸ਼ਾਨ ਕਹਿੰਦੇ ਆ ਸਰਟੀਫਾਈਡ। ਸਰਟੀਫਾਈਡ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਇਸ ਵਰਡ ਦਾ। ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ। ਇੱਕ ਨਾਮ ਜਪਣ ਵਾਲਾ ਕੰਮ ਹੀ ਉਸ ਦਰਗਾਹ ਤੱਕ ਸਹਾਈ ਹੋ ਸਕਦਾ ਹੈ, ਪੰਜ ਪ੍ਰਵਾਨ ਦੀ ਅਵਸਥਾ ਤੱਕ ਲਿਜਾ ਸਕਦਾ ਹੈ, ਆਨੰਦ ਦੀ ਅਵਸਥਾ ਤੱਕ ਲਿਜਾ ਸਕਦਾ ਹੈ, ਕਰਮਖੰਡ ਤੱਕ
ਲੈ ਜਾ ਸਕਦਾ ਹੈ। ਇਸੇ ਕਰਕੇ ਦੋਨਾਂ ਸ਼ਲੋਕਾਂ ਦੇ ਪਿੱਛੇ ਲਾਈਨ ਜਿਹੜੀ ਆਈ ਹੈ ਉਹ ਆਈ ਹੈ, ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ। ਦੂਜੇ ਚ ਫਿਰ ਉਹ ਕਹਿੰਦੇ ਹੈ, ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ। ਨਾਨਕ ਜੋਤ ਆਖਦੀ ਹੈ, ਮਨਮੁਖ ਹੋ ਕੇ ਮਿਥਿਆ ਵਾਲੇ ਸਾਰੇ ਕਰਮ ਵਿਅਰਥ ਨੇ। ਅਕਾਲ ਪੁਰਖ ਦੀ ਦਰਗਾਹ ਤੇ ਕਬੂਲ ਹੋਣ ਵਾਸਤੇ ਅਕਾਲ ਪੁਰਖ ਦਾ ਗੁਰਪ੍ਰਸਾਦ ਹੀ ਪੰਚ ਪ੍ਰਵਾਨ ਤੱਕ ਲੈ ਜਾ ਸਕਦਾ ਹੈ। ਇਹ ਵਾਰ ਦੇ 2 ਸ਼ਲੋਕ ਨੇ। ਇਹਦੇ ਅੱਗੇ ਆਉਂਦੀ ਹੈ ਪੌੜੀ। ਇਹ ਜਦੋਂ ਆਪਾਂ ਤਿੰਨੋਂ ਇਕੱਠੇ ਪੜ੍ਹਦੇ ਹਾਂ, ਸ਼ਲੋਕ ਮਹੱਲਾ ਪਹਿਲਾ, ਸ਼ਲੋਕ ਤੇ ਪੌੜੀ, ਇਹ ਪੂਰਾ ਸ਼ਬਦ ਬਣਦਾ ਹੈ। ਸੋ ਇਸ ਪੌੜੀ ਵਿੱਚ ਬਾਬਾ ਨਾਨਕ ਬਖਸ਼ਿਸ਼ ਕਰਦੇ ਹੈ, ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ। ਇੱਕ ਅਕਾਲ ਪੁਰਖ ਦੀ ਸਦਾ ਹੋਂਦ ਹੈ, ਉਸ ਦੀ ਹੀ ਸਰਬ ਵਿਆਪਕਤਾ ਹੈ। ਉਹ ਨਿਰੰਤਰ ਆਪਣਾ ਪ੍ਰਭਾਵ ਪਾ ਰਿਹਾ ਹੈ। ਜਿਸ ਤੂੰ ਦੇ ਤਿਸ ਮਿਲੇ ਸੱਚ, ਤਾਂ ਤਿੰਨੀ ਸੱਚ ਕਮਾਇਆ। ਇਹ ਜਿਹੜਾ ਇੰਨਾ ਵੱਡਾ ਗੁਣ ਹੈ, ਇਹ ਕੇਵਲ ਉਸ ਜੀਵ ਨੂੰ ਮਿਲਦਾ ਹੈ ਜਿਸ ਨੂੰ ਉਹ ਆਪ ਬਖਸ਼ਿਸ਼ ਕਰਦਾ ਹੈ। ਆਪਾਂ ਪਿੱਛੇ ਵੀ ਜ਼ਿਕਰ ਕੀਤਾ ਕਿ ਮਿਹਨਤ ਜਿਹੜੀ ਆ ਉਹ ਕਰਨੀ ਪੈਣੀ ਹੈ, ਕਮਾਈ ਕਰਨੀ ਪੈਣੀ ਹੈ, ਇਸ ਪਾਸੇ ਲੱਗਣਾ ਪੈਣਾ, ਹਿੰਮਤ ਕਰਨੀ ਪੈਣੀ, ਉੱਦਮ ਕਰਨਾ ਪੈਣਾ। ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲੈ ਸੱਚ, ਜਿਸ ਤੂੰ ਦੇ ਤਿਸ ਮਿਲੈ ਸੱਚ, ਤਾਂ ਤਿੰਨੀ ਸੱਚ ਕਮਾਇਆ। ਸਤਿਗੁਰ ਮਿਲਿਆ, ਮਿਲਣ ਤੋਂ ਬਾਅਦ ਸੱਚ ਪਾਇਆ, ਜਿਨ ਕੈ ਹਿਰਦੈ ਸੱਚ ਵਸਾਇਆ। ਪ੍ਰਭੂ ਦੀ ਕਿਰਪਾ ਨਾਲ ਹੀ ਮਿਲਾਪ ਸੰਭਵ ਹੈ, ਪਰ ਜਿਨ੍ਹਾਂ ਨੇ ਕਮਾਈ ਕਰਨੀ ਹੈ ਉਹਨਾਂ ਵਾਸਤੇ ਜਦੋਂ ਵੀ ਸਤਿਗੁਰ ਦੀ ਪ੍ਰਾਪਤੀ ਹੁੰਦੀ ਹੈ, ਨਾਮ ਪਦਾਰਥ ਦੀ ਪ੍ਰਾਪਤੀ ਸਤਿਗੁਰ ਦੀ ਹਾਜ਼ਰੀ ਵਿੱਚ ਹੁੰਦੀ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਕਾਸ਼ ਹੁੰਦਾ ਹੈ, ਹਿਰਦੈ ਸੱਚ ਵਸਾਇਆ। ਸਤਿਗੁਰ ਮਿਲਿਆ, ਸਤਿਗੁਰ ਨੂੰ ਮਿਲਣ ਤੋਂ ਬਾਅਦ ਸੱਚ ਪਾਇਆ, ਜਿਨ ਕੈ ਹਿਰਦੈ ਸੱਚ ਵਸਾਇਆ। ਮੂਰਖ ਸੱਚ ਨਾ ਜਾਣਨੀ, ਮਨਮੁਖੀ ਜਨਮ ਗਵਾਇਆ। ਮੂਰਖ ਲੋਕ, ਅਗਿਆਨੀ ਲੋਕ ਰੱਬ ਦੀ ਨੇੜਤਾ ਦਾ ਅਹਿਸਾਸ ਹੀ ਨਹੀਂ ਕਰਦੇ। ਜਨਮ ਜਿਹੜਾ ਉਹ ਵਿਅਰਥ ਗਵਾ ਲੈਂਦੇ ਆ। ਵਿੱਚ ਦੁਨੀਆ ਕਾਹੇ ਆਇਆ, ਉਹ ਬਿਲਕੁਲ ਸਲੈਂਗ ਲੈਂਗੁਏਜ ਹੈ। ਆਪਾਂ ਪੰਜਾਬ ਚ ਉੱਥੇ ਗੱਲਾਂ ਕਰਦੇ ਸੀ, ਉਹ ਤੂੰ ਜੰਮ ਕੇ ਹੀ ਗਵਾਇਆ। ਬਾਬਾ ਨਾਨਕ ਕਹਿੰਦਾ ਵਿੱਚ ਦੁਨੀਆ ਕਾਹੇ ਆਇਆ, ਉਹ ਤੂੰ ਜੰਮ ਕੇ ਹੀ ਗਵਾਇਆ। ਜੇ ਤੂੰ ਆਹ ਚੀਜ਼ ਹਾਸਲ ਨਾ ਕੀਤੀ, ਤੇਰਾ ਆਉਣਾ ਵਿਅਰਥ ਹੋ ਗਿਆ, ਵੇਸਟ ਹੋ ਗਿਆ। ਤੂੰ ਅਕਾਲ ਪੁਰਖ ਦੀ ਭਜਨ ਬੰਦਗੀ ਕਰਕੇ ਨਾਮ ਨਹੀਂ ਜਪ ਸਕਿਆ। ਅਕਾਲ ਪੁਰਖ ਦੀ ਭਜਨ ਬੰਦਗੀ ਬਹੁਤ ਜ਼ਰੂਰੀ ਹੈ। ਅਸੀਂ ਇਹ ਹੋਕਾ ਤਈਓਂ ਦਿੰਦੇ ਆ ਰਹੇ ਹਾਂ ਕਿ ਨਾਮ ਜਪਣਾ ਬਹੁਤ ਜ਼ਰੂਰੀ ਹੈ। ਬਾਣੀ ਦਾ ਸਤਿਕਾਰ ਵੀ ਕਰੋ, ਪੜ੍ਹੋ ਪਿਆਰ ਦੇ ਨਾਲ, ਲੇਕਿਨ ਜਿਹੜੀ ਚੀਜ਼ ਦੇ ਉੱਤੇ ਬਾਬੇ ਨਾਨਕ ਨੇ ਜ਼ੋਰ ਦਿੱਤਾ ਹੈ, ਉਹ ਕਰਨਾ ਹੀ ਪੈਣਾ ਕੰਮ। ਉਸ ਤੋਂ ਬਿਨਾਂ ਗੁਜ਼ਾਰਾ ਨਹੀਂ ਹੋਣਾ, ਉਸ ਤੋਂ ਬਿਨਾਂ ਗੁਜ਼ਾਰਾ ਨਹੀਂ। ਇਹ ਅੱਜ ਸਕਰੀਨ ਤੇ ਆਪਾਂ ਗੁਰਬਾਣੀ ਦੇ ਦਰਸ਼ਨ ਨਹੀਂ ਕਰ ਪਾ ਰਹੇ, ਲੇਕਿਨ ਸ਼ਬਦ ਮੈਂ ਨਾਲ ਨਾਲ ਪੜ੍ਹਦਾ ਆ ਰਿਹਾ। ਵਾਰ ਦੇ ਵਿੱਚੋਂ ਅੱਜ ਆਪਾਂ ਸ਼ਬਦ ਲਿਆ ਹੈ, ਪੰਨਾ ਨੰਬਰ 467, ਸ਼ਲੋਕ ਮਹੱਲਾ ਪਹਿਲਾ। ਸ਼ੁਰੂ ਹੁੰਦਾ, ਪੁਰਖਾਂ ਬਿਰਖਾਂ ਤੀਰਥਾਂ, ਤੱਟਾਂ ਮੇਘਾਂ ਖੇਤਾਂ। ਇਹ ਫਿਰ ਅੱਗੇ ਮਹੱਲਾ ਪਹਿਲਾ ਆਉਂਦਾ ਹੈ, ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ। ਉਸ ਤੋਂ ਅੱਗੇ ਪੌੜੀ ਆਉਂਦੀ ਹੈ, ਸੱਚਾ ਸਾਹਿਬ ਏਕ ਤੂੰ ਜਿਨੇ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇਹ ਤਿਸ ਮਿਲੈ ਸੱਚ, ਤਾਂ ਤਿੰਨੀ ਸੱਚ ਕਮਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕੈ ਹਿਰਦੈ ਸੱਚ ਵਸਾਇਆ।
ਮੂਰਖ ਸੱਚ ਨ ਜਾਣਨੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ। ਵਿੱਚ ਦੁਨੀਆ ਕਾਹੇ ਆਇਆ। ਅੱਗੇ ਆਪਾਂ ਇੱਕ ਹੋਰ ਸ਼ਬਦ ਅੱਜ ਵਿਚਾਰਨਾ ਹੈ। ਉਹ ਸ਼ਬਦ ਹੈ, ਆਪਾਂ ਪਹਿਲਾਂ ਜਦੋਂ ਆਪਾਂ ਸ਼ੁਰੂਆਤ ਦੇ ਵਿੱਚ ਆਪਣੀਆਂ ਇਹ ਜ਼ੂਮ ਦਾ ਸਟਾਰਟ ਕੀਤਾ ਸੀ, ਉਸ ਵੇਲੇ ਆਪਾਂ ਇਹ ਸ਼ਬਦ ਵਿਚਾਰਿਆ ਸੀ, ਲੇਕਿਨ ਅੱਜ ਆਪਾਂ ਇਸ ਸ਼ਬਦ ਨੂੰ ਇੱਕ ਵਾਰ ਫੇਰ ਵਿਚਾਰਾਂਗੇ। ਉਹ ਸ਼ਬਦ ਹੈ ਪੰਨਾ ਨੰਬਰ 642, ਸੋਰਠ ਮਹੱਲਾ ਪੰਜਵਾਂ, ਘਰ ਦੂਜਾ, ਅਸ਼ਟਪਦੀਆਂ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਸ਼ਬਦ ਇੱਥੋਂ ਸ਼ੁਰੂ ਹੁੰਦਾ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁੰਗਮ ਸਾਧੇ। ਪੰਚ ਜਨਾ ਸਿਉ ਸੰਗ ਨ ਛੁਟਕਿਓ, ਅਦਕ ਅਹੰ ਬੁੱਧ ਬਾਧੇ। ਪਿਆਰੇ ਇਨ ਬਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਹਾਰ ਪਰਿਓ ਸੁਆਮੀ ਕੈ ਦੁਆਰੇ, ਦੀਜੈ ਬੁੱਧ ਵਿਵੇਕਾ। ਹੁਣ ਇਹ ਪਾਠ ਪੜ੍ਹਨੇ, ਵੇਦਾਂ ਦੀ ਵਿਚਾਰ ਕਰਨੀ, ਨਿਵਲ ਭੁੰਗਮ। ਨਿਵਲ ਭੁੰਗਮ ਕਦੇ ਖਲੋ ਕੇ, ਕਦੇ ਗੋਡਿਆਂ ਤੇ ਹੱਥ ਰੱਖ ਕੇ, ਕਦੇ ਆਂਦਰਾਂ ਘੁਮਾ ਕੇ ਨਿਉਲੀ ਕਰਮ ਕਰਨੇ। ਜਿਹੜੀ ਪਿੱਠ ਦੀ ਕੰਗਰੋੜ ਦੇ ਨਾਲ ਨਾਲ ਕੁੰਡਲਨੀ ਨਾੜੀ, ਜਿਸ ਦੀ ਸ਼ਕਲ ਸੱਪਣੀ ਵਰਗੀ ਹੁੰਦੀ ਹੈ, ਇਸ ਦੇ ਰਾਹੀਂ ਯੋਗ ਸਾਧਨਾ ਯੋਗੀ ਕਰਦੇ ਸੀ। ਉਹਦਾ ਜ਼ਿਕਰ ਹੈ। ਹੁਣ ਆਪਾਂ ਕੇਵਲ ਜੋ ਵਿਸ਼ਾ ਸਾਡਾ ਹੈ, ਅਸੀਂ ਉਹਦੇ ਵੱਲ ਆਉਣਾ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁੰਗਮ ਸਾਧੇ। ਪਿਛਲੇ ਜਿਹੜਾ ਅਸੀਂ ਵਾਰ ਦਾ ਸ਼ਲੋਕ ਲਿਆ ਹੈ, ਉਹਦੇ ਵਿੱਚ ਦੱਸਤਾ ਬਾਬੇ ਨਾਨਕ ਨੇ, ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ। ਨਾ ਸਾਡਾ ਮਨ ਖੜਾ ਹੋਏਗਾ, ਨਾ ਵਿਚਾਰਾਂ ਤੋਂ ਬਾਹਰ ਜਾਏਗਾ, ਤੇ ਜੇਕਰ ਕਿਸੇ ਕਾਰਨ ਕਰਕੇ ਮਨ ਵੀ ਲਈਏ, ਚਲੋ ਚਲਾ ਵੀ ਗਿਆ, ਤੇ ਉਹ ਪ੍ਰੋਲੋਂਗ ਨਹੀਂ ਹੋਏਗਾ। ਇਹ ਜਿਹੜੀ ਅਵਸਥਾ, ਫਿਰ ਉਹ ਕਦੇ ਹੋ ਸਕਦਾ ਚੰਗੀ ਸੰਗਤ ਮਿਲ ਜੇ, ਰੱਬ ਵਾਲੇ ਪਾਸੇ ਧਿਆਨ ਲੱਗ ਜੇ, ਪਰ ਉਹ ਪ੍ਰੋਲੋਂਗ ਨਹੀਂ ਹੋਏਗਾ, ਸਦਾ ਵਾਸਤੇ ਨਹੀਂ ਹੋਏਗਾ। ਹੁਣ ਇੱਥੇ ਕੀ ਕਹਿ ਰਿਹਾ ਹੈ, ਪਾਠ ਪੜ੍ਹੀ ਜਾ ਰਹੇ ਹਾਂ ਅਸੀਂ, ਪੜ੍ਹ ਲਓ। ਵੇਦਾਂ ਦੀ ਵਿਚਾਰ ਕਰੀ ਜਾ ਰਹੇ ਹਾਂ, ਕਰ ਲਓ। ਨਿਵਲ ਭੁੰਗਮ ਕਰੀ ਜਾ ਰਹੇ ਹਾਂ, ਕਰ ਲਓ। ਇਹਦੇ ਨਾਲ ਹੋਣਾ ਕੀ ਹੈ ਕਿ ਉਹ ਜਿੱਥੇ ਤੱਕ ਸਾਨੂੰ ਬਾਬਾ ਨਾਨਕ ਲੈ ਕੇ ਜਾ ਰਹੇ ਹੈ, ਕਿ ਉਹ ਅਵਸਥਾ ਇਹਦੇ ਨਾਲ ਆ ਜਾਏਗੀ, ਅਸੀਂ ਉੱਥੇ ਤੱਕ ਪਹੁੰਚ ਜਾਵਾਂਗੇ। ਇਹ ਹੁਣ ਅਸੀਂ ਦੇਖਣਾ ਹੈ ਸ਼ਬਦ ਪੜ੍ਹ ਕੇ, ਕਿ ਵਾਕਿਆ ਹੀ ਅਸੀਂ ਉਸ ਅਵਸਥਾ ਤੱਕ ਪਹੁੰਚ ਸਕਦੇ ਹਾਂ। ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਵੀ ਵਿਸ਼ਾ ਬਹੁਤ ਬਰੀਕ ਹੈ, ਬੜੇ ਪਿਆਰ ਦੇ ਨਾਲ ਔਰ ਖੁੱਲੇ ਹਿਰਦੇ ਦੇ ਨਾਲ, ਵੱਡੇ ਹਿਰਦੇ ਦੇ ਨਾਲ ਅਸੀਂ ਇਹਨੂੰ ਵਿਚਾਰਨਾ ਹੈ। ਇਹਦੇ ਨਾਲ ਹੋਇਆ ਕੀ, ਪੰਜ ਜਨਾਂ ਸਿਉ ਸੰਗ ਨਾ ਛੁਟਕਿਓ। ਅਸੀਂ ਪਾਠ ਵੀ ਕਰੀ ਜਾ ਰਹੇ ਹਾਂ, ਵੇਦਾਂ ਦੀ ਵਿਚਾਰ ਵੀ ਕਰੀ ਜਾ ਰਹੇ ਹਾਂ,
ਬਾਕੀ ਹੋਰ ਕਰਮ ਕਾਂਡ ਕਹਿ ਲਓ, ਨਿਵਲ ਭੁੰਗਮ ਜਿਹੜੇ ਸਾਰੇ ਆਏ ਵੇ, ਸਰੀਰ ਦੀ ਯੋਗ ਸਾਧਨਾ, ਏਦਾਂ ਭਗਤੀ ਕਰਨੀ ਹੈ, ਇਸ ਵੇਲੇ ਭਗਤੀ ਕਰਨੀ ਹੈ, ਸਵੇਰੇ 12 ਵਜੇ ਉੱਠਣਾ, ਕਈ ਕਹਿੰਦੇ 2 ਵਜੇ ਉੱਠਣਾ, ਕਈ ਕਹਿੰਦੇ ਨਹੀਂ 4 ਵਜੇ ਵੀ ਠੀਕ ਹੈ। ਇਹਨੂੰ ਏਦਾਂ ਐਨ ਪੂਰਾ ਖੁੱਲਾ ਕਰਕੇ ਲਾਓ ਇਸ ਨੂੰ ਕਿ ਕਰਮ ਕਾਂਡ, ਵੀ ਆਹ ਪਾਠ ਇਸ ਵੇਲੇ ਕਰਨਾ ਹੈ, ਆਹ ਪਾਠ ਇਸ ਵੇਲੇ ਕਰਨਾ ਹੈ, ਇੰਨੇ ਵਜੇ ਆਹ ਕਰਨਾ ਹੈ, ਇੰਨੇ ਵਜੇ ਉਹ ਕਰਨਾ ਹੈ। ਇਹ ਉਹ ਚੀਜ਼ ਹੈ ਸਾਡੇ ਵਾਸਤੇ। ਪਰ ਕਹਿੰਦੇ ਹੋਇਆ ਕੀ ਇਹਦੇ ਨਾਲ, ਇਹਦਾ ਫਾਇਦਾ ਕੀ ਹੋਇਆ? 5 ਜਨਾਂ ਸਿਓ ਸੰਗ ਨਾ ਛੁਟਕਿਓ, ਇਹਦੇ ਨਾਲ ਤੇ ਉਹ 5 ਹੀ ਨਹੀਂ ਮਰੇ। ਮੈਂ ਆਸ ਕਰਦਾ ਹੁਣ ਸਕਰੀਨ ਸਾਰਿਆਂ ਨੂੰ ਨਜ਼ਰ ਆ ਰਹੀ ਹੋਣੀ ਹੈ। ਮੈਂ ਉਹ ਕਰਦੇ ਕਰਦੇ ਅੱਜ ਮੇਰਾ ਧਿਆਨ ਵੀ ਥੋੜਾ ਜਿਹਾ ਡਿਸਟਰਬ ਰਿਹਾ। ਆ ਹੁਣ ਸਕਰੀਨ ਖੁੱਲ ਗਈ ਸਾਡੇ ਅੱਗੇ। ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੋਂਗਮ ਸਾਧੇ, 5 ਜਨਾਂ ਸਿਓ ਸੰਗ ਨਾ ਛੁਟਕਿਓ। ਕਹਿੰਦੇ ਉਹ 5 ਤੋਂ ਤੇ ਮੇਰਾ ਬਚਾਅ ਹੀ ਨਹੀਂ ਹੋਇਆ, ਤੇ ਇਹਦਾ ਕੋਈ ਫਾਇਦਾ ਹੋਇਆ ਜਾਂ ਨੁਕਸਾਨ ਹੋਇਆ? ਅਧ ਕਹੰ ਬੁੱਧ ਬਾਧੇ, ਕਹਿੰਦੇ ਉਹ ਜਿਹੜੀ ਚੀਜ਼ ਨੂੰ ਲਾਉਣ ਦੀ ਕੋਸ਼ਿਸ਼ ਕਰੀ ਜਾਂਦੇ ਸੀ, ਉਹ ਹੰਕਾਰ ਹਉਮੈ ਉਹ ਹੋਰ ਵੱਧ ਗਈ। ਕਿੱਡੀ ਕਮਾਲ ਦੀ ਗੱਲ। ਮਹੱਲਾ 5ਵਾਂ, ਗੁਰੂ ਅਰਜਨ ਪਾਤਸ਼ਾਹ ਕਹਿੰਦੇ ਪਾਠ ਵੀ ਕਰ ਲਏ, ਵੇਦ ਵੀ ਵਿਚਾਰ ਲਏ, ਹੋਰ ਵੀ ਜਿਹੜੇ ਕਰਮ ਕਾਂਡ, ਨਿਵਲ ਭੋਂਗਮ, ਆਸਣ ਲਾਉਣੇ ਇੱਧਰ ਉੱਧਰ, ਉਹ ਵੀ ਕਹਿੰਦੇ ਕਰ ਲਿਆ, ਪਰ 5 ਤੇ ਮਰੇ ਹੀ ਨਹੀਂ, 5 ਤੋਂ ਤੇ ਛੁਟਕਾਰਾ ਹੀ ਨਹੀਂ ਹੋਇਆ। ਤੇ ਹੋਰ ਕੀ ਗੱਲ ਹੋਈ ਹੈ? ਕਹਿੰਦੇ ਹੋਰ ਹਉਮੈ ਚੜ ਗਈ। ਕਮਾਲ ਦੀ ਗੱਲ ਹੈ। ਦੇਖੋ, ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ, ਨਾ ਮਨ ਖੜਾ ਹੋਣਾ, ਨਾ ਉਹ ਅਵਸਥਾ ਜਿਹੜੀ ਹੈ ਪ੍ਰੋਲੋਂਗ ਕਰਨੀ ਹੈ, ਜਿਹੜੀ ਸੱਚ ਦੀ ਪ੍ਰਾਪਤੀ ਕਰਨੀ ਹੈ, ਨਾਮ ਦੀ ਪ੍ਰਾਪਤੀ ਕਰਨੀ ਹੈ, ਨਾਨਕ ਨਾਮ ਮਿਲੇ ਤਾਂ ਜੀਵਾਂ, ਉਹ ਪ੍ਰੋਲੋਂਗ ਨਹੀਂ ਕਰੇਗਾ। ਕਿਉਂਕਿ ਹੋਰ ਕੋਈ ਵੀ ਕਰਮ ਕਾਂਡ ਨਾਮ ਤੋਂ ਬਿਨਾ ਇਸ ਮਾਇਆ ਤੋਂ, 5 ਤੋਂ ਸਾਡਾ ਛੁਟਕਾਰਾ ਨਹੀਂ ਕਰਾ ਸਕਦਾ। ਬੜੇ ਪਿਆਰ ਦੇ ਨਾਲ ਅੱਗੇ ਕਹਿੰਦੇ ਐ, ਪਿਆਰੇ ਇਨ ਵਿਦ ਮਿਲਣ ਨਾ ਜਾਈ, ਉਹ ਤੂੰ ਕਰੀ ਜਾ ਰਿਹਾ, ਪਰ ਤੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦਾ ਤਰੀਕੇ ਦੇ ਨਾਲ। ਮੈਂ ਕੀਏ ਕਰਮ ਅਨੇਕਾ, ਆਪਣੇ ਤੇ ਲਾ ਕੇ ਦੱਸ ਦੇ, ਆਪਣੇ ਤੇ ਮੈਂ ਕੀਏ ਕਰਮ ਅਨੇਕਾ, ਕਰਮ ਕਾਂਡ ਕੀਤੇ ਐ, ਪਾਠ ਕੀਤੇ ਐ, ਨਿਉਲੀ ਕਰਮ ਵੀ ਕਰ ਲਏ ਜੋਗੀਆਂ ਦੇ ਮਗਰ ਲੱਗ ਕੇ, ਪਰ ਕਰਤੇ ਪੁਰਖ ਦੀ ਪ੍ਰਾਪਤੀ ਨਹੀਂ ਹੋਣੀ, ਨਹੀਂ ਮਿਲਿਆ ਜਾ ਸਕਦਾ। ਇਸ ਕਰਕੇ ਕੀ ਕਰ, ਹੁਣ ਜੇ ਮਿਲਿਆ ਨਹੀਂ ਜਾ ਸਕਦਾ, ਆਪਾਂ ਪ੍ਰਤੀਤ ਗੁਰਮੁਖ ਸਿਸਟਮ ਦੀ ਗੱਲ ਕਰਦੇ ਹਾਂ, ਪ੍ਰਤੀਤ ਪਿਆਰ ਭਰੋਸੇ ਦੀ ਗੱਲ ਕਰਦੇ ਹਾਂ, ਇੱਕ ਅਕਾਲ ਪੁਰਖ ਨੂੰ ਮੰਨਣ ਦੀ ਗੱਲ ਕਰਦੇ ਹਾਂ, ਇੱਕ ਅਕਾਲ ਪੁਰਖ ਨੂੰ ਧਿਆਉਣ ਦੀ ਗੱਲ ਕਰਦੇ ਹਾਂ। ਕੀ ਕਰੀਏ ਜੇ ਅਸੀਂ ਪਰਮਾਤਮਾ ਨੂੰ ਨਹੀਂ ਮਿਲੇ? ਇੰਨਾ ਕੁਛ ਕਰਕੇ ਵੀ ਕੀ ਕਰੀਏ? ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਹਾਰ ਜੀਏ, ਹਾਰ ਜੀਏ, ਹਾਰ ਕੇ ਖੱਜਲ ਖੁਆਰ ਹੋ ਕੇ ਕਰਤੇ ਪੁਰਖ ਤੋਂ, ਪ੍ਰਭ ਤੋਂ ਵਿਵੇਕ ਬੁੱਧੀ ਦੀ ਜਾਚਨਾ ਕਰੀਏ, ਵਿਚਾਰਵਾਨ ਬੁੱਧੀ ਦੀ ਜਾਚਨਾ ਕਰੀਏ। ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਮੈਂ ਕਰੀ ਗਿਆ ਕਰਮ ਕਾਂਡ, ਮੈਂ ਕਰੀ ਗਿਆ ਪਾਠ, ਮੈਂ ਕਰੀ ਗਿਆ ਵੇਦਾਂ ਦੀ ਵਿਚਾਰ, ਪਰ ਹਾਰ ਕੇ ਮੈਨੂੰ ਉਸ ਦਰ ਤੇ ਆ ਕੇ ਬੇਨਤੀ ਰੂਪ ਹੋ ਕੇ ਢਹਿਣਾ ਪਿਆ, ਤੇ ਬੇਨਤੀ ਕਰਨੀ ਪਈ ਕਿ ਵਿਚਾਰਵਾਨ ਬੁੱਧੀ ਦੀ ਬਖਸ਼ਿਸ਼ ਕਰ, ਵਿਵੇਕ ਬੁੱਧੀ ਦੀ ਬਖਸ਼ਿਸ਼ ਕਰ। ਕਿਉਂਕਿ ਮੇਰੀ ਪ੍ਰਤੀਤ ਹੈ, ਮੇਰਾ ਤੇਰੇ ਤੇ ਭਰੋਸਾ ਹੈ, ਮੈਂ ਤੈਨੂੰ ਮਿਲਣਾ ਹੈ, ਮੈਂ ਆਪਣਾ ਜਨਮ ਵਿਅਰਥ ਨਹੀਂ ਗਵਾਉਣਾ ਚਾਹੁੰਦਾ। ਰਹਾਓ ਤੋਂ ਬਾਅਦ ਅਗਲੀ ਲਾਈਨ ਸ਼ੁਰੂ ਹੁੰਦੀ ਹੈ ਜੀ, ਕਰਮ ਕਾਂਡ। ਜਿਹੜੇ ਹੁਣ ਆਪਾਂ ਕਰਮਾਂ ਦੀ ਗੱਲ ਰਹਾਓ ਦੇ ਵਿੱਚ ਆ ਰਹੀ ਹੈ, ਮੈਂ ਕੀਏ ਕਰਮ ਅਨੇਕਾ। ਹੁਣ ਇਹ ਦੇਖੀਏ ਵੀ ਇਹ ਕਿਹੜੇ ਕਿਹੜੇ ਕਰਮ ਨੇ।
ਕੀ ਕਰਦੇ ਸੀ ਜੋਗੀ। ਮੋਨ ਭਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ। ਮੁੰਨੀ ਬਣ ਕੇ ਰਹਿਣਾ, ਕੇਵਲ ਹੱਥ ਤੇ ਰੱਖ ਕੇ ਰੋਟੀ ਖਾਣੀ। ਕਰਪਾਤੀ, ਹੱਥਾਂ ਦਾ ਪੱਤਲ ਜਿਹਾ ਬਣਾ ਕੇ ਨਾ, ਉੱਤੇ ਪ੍ਰਸ਼ਾਦਾ ਆ ਗਈ, ਪ੍ਰਸ਼ਾਦਾ ਇੱਥੇ, ਕੇਵਲ ਹੱਥ ਤੇ ਰੱਖ ਕੇ ਰੋਟੀ, ਹੱਥਾਂ ਦੀ ਪੱਤਲ ਬਣਾ ਕੇ ਹੱਥ ਤੇ ਰੋਟੀ ਰੱਖ ਕੇ ਖਾਣੀ। ਜੰਗਲਾਂ 'ਚ ਪਿੰਡਾ ਹੰਡਾਉਣਾ, ਨਗਨ ਫਿਰਨਾ, ਨੰਗੇ ਹੋ ਕੇ ਜੰਗਲਾਂ 'ਚ ਰਹਿਣਾ, ਵੀ ਏਦਾਂ ਪ੍ਰਮਾਤਮਾ ਰਿੱਝ ਜਾਊਗਾ, ਏਦਾਂ ਪ੍ਰਮਾਤਮਾ ਰੀਝ ਜਾਊ ਸਾਡੇ ਤੇ, ਏਦਾਂ ਮਿਲ ਜਾਊਗਾ ਉਹ। ਕਹਿੰਦੇ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਦਾ ਛੁਟਕੈ ਨਾਹੀ। ਤੀਰਥ ਯਾਤਰਾ ਵੀ ਬੜੀ ਕੀਤੀ, ਪਰ ਇਹ ਦੁਬਦਾ ਨਹੀਂ ਗਈ, ਦੁਬਦਾ ਤੋਂ ਖਲਾਸੀ ਨਹੀਂ ਹੋਈ। ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰ ਵੱਤ ਧਰਾਏ। ਮਨ ਕੀ ਮੈਲ ਨਾ ਉਤਰੇ ਇਹ ਬਿਦ ਜੇ ਲੱਖ ਯਤਨ ਕਰਾਏ। ਮਨ ਵਿੱਚ ਇੱਛਾ ਜਾਗਣੀ ਕਿ ਤੀਰਥਾਂ ਤੇ ਰਹੀਏ, ਮੁਕਤ ਪਦਾਰਥ ਵਾਸਤੇ ਆਰੇ ਨਾਲ ਦੁਫਾੜ ਹੋਈਏ। ਕਰਵੱਤ ਇੱਕ ਆਰਾ ਹੈ, ਜਿਹੜਾ ਇੱਕ ਡੂੰਘੇ ਥਾਂ ਤੇ ਲੱਗਿਆ ਹੈ, ਸ਼ਾਇਦ ਬਨਾਰਸ ਦੇ ਵਿੱਚ ਹੈਗਾ, ਉਦੋਂ ਵੀ ਸੀ ਕਰਵੱਤ, ਤੇ ਉਹ ਆਰਾ ਚੱਲਦਾ ਸੀ ਔਰ ਮੁਕਤੀ ਲੈਣ ਵਾਸਤੇ ਬੰਦਾ ਉਸ ਆਰੇ ਦੇ ਉੱਤੇ ਛਾਲ ਮਾਰ ਦਿੰਦਾ ਸੀ ਤੇ ਸਰੀਰ ਉਹਦਾ ਦੋ ਫਾੜ ਹੋ ਜਾਂਦਾ ਸੀ। ਇੱਕ ਇਹ ਇੱਛਾ ਜਾਗਣੀ ਕਿ ਤੀਰਥਾਂ ਤੇ ਜਾ ਕੇ ਰਹੀਏ, ਵੀ ਪਲਾਟ ਹੋਵੇ ਮੇਰਾ ਉੱਥੇ, ਆਨੰਦਪੁਰ ਸਾਹਿਬ ਹੀ ਹੋਵੇ, ਪਲਾਟ ਹੋਵੇ ਅੰਮ੍ਰਿਤਸਰ ਹੀ ਹੋਵੇ, ਉੱਥੇ ਮੈਂ ਘਰ ਬਣਾਵਾਂ। ਮੁਕਤ ਪਦਾਰਥ ਲਈ ਆਰੇ ਤੇ ਦੁਫਾੜ ਹੋਣਾ, ਸਿਰ ਕਰਵੱਤ ਧਰਾਏ। ਮਨ ਕੀ ਮੈਲ ਨਾ ਉਤਰੇ ਇਹ ਵਿਦ ਜੇ ਲੱਖ ਯਤਨ ਕਰਾਏ। ਇਹਨਾਂ ਕਰਮਕਾਂਡਾਂ ਦੇ ਨਾਲ ਮਨ ਮਾਇਆ ਦੀ ਮੈਲ ਤੋਂ ਸੁਰਖਰੂ ਨਹੀਂ ਹੋ ਸਕਦਾ। ਇਸ ਕਰਕੇ ਮੁੜ ਕੇ ਰਹਾਉ ਦੀ ਤੁਕ ਇਹ ਸਾਨੂੰ ਸਮਝਾਉਂਦੀ ਹੈ, ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਹਾਰ ਭਰਿਓ ਸੁਆਮੀ ਕੇ ਦੁਆਰੇ, ਦੀਜੈ ਬੁੱਧ ਵਿਵੇਕਾ। ਉਹ ਚੰਗਾ ਦਿਮਾਗ ਮੈਨੂੰ ਦੇ, ਵਿਵੇਕ ਬੁੱਧੀ ਦੇ, ਵਿਵੇਕ ਬੁੱਧੀ ਦੇ, ਜਿਹੜੀ ਵਿਚਾਰਵਾਨ ਹੋਏ, ਜਿਹੜੀ ਸਮਝ ਸਕੇ। ਅੱਗੇ ਚੱਲੀਏ। ਕਨਕ ਕਾਮਨੀ ਹੈਵਰ ਗੈਵਰ, ਬਹੁ ਵਿਦ ਦਾਨ ਦਤਾਰਾ। ਕਨਕ ਕਾਮਨੀ, ਕਈ ਸੋਨਾ, ਇਸਤਰੀਆਂ, ਘੋੜੇ, ਹਾਥੀ ਇਹ ਦਾਨ ਦੇਣ ਵਾਲੇ ਬਣ ਜਾਂਦੇ ਸੀ। ਖਰੇ ਇਸ ਨਾਲ ਮੁਕਤੀ ਹੋ ਜਾਣੀ ਹੈ। ਕਨਕ ਕਾਮਨੀ ਹੈਵਰ ਗੈਵਰ, ਹੈਵਰ ਗੈਵਰ ਘੋੜੇ, ਹਾਥੀ, ਤੇ ਅੱਜ ਕੱਲ ਇਹ ਗੱਡੀਆਂ, ਕਾਰਾਂ, ਟਰੱਕ ਦੇਖਦੇ ਨਹੀਂ ਦਾਨ ਕਰਦੇ, ਵੀ ਫਲਾਣਾ ਜੀ ਅੱਜ 10 ਟਰੱਕ ਸੰਤਾਂ ਦੇ ਡੇਰੇ ਖੜੇ ਨੇ ਜੀ, ਕਣਕ ਦੇ ਭਰੇ, ਝੋਨਾ ਉਹ ਦਾਨ ਕਰ ਗਿਆ ਕੋਈ। ਉਹ ਕਹਿੰਦੇ ਕਰੀ ਜਾਓ, ਇਹ ਕਰਮ ਕਾਂਡ ਹੈ। ਕਨਕ ਕਾਮਨੀ ਹੈਵਰ ਗੈਵਰ ਬਹੁ ਵਿਦ ਦਾਨ ਦਤਾਰਾ, ਇਹ ਲਿਖੇ ਦੀ ਅਸੀਂ ਵੈਲਿਊ ਕੀ ਪਾਵਾਂਗੇ ਫਿਰ? ਗੁਰਬਾਣੀ ਗੁਰੂ ਨੂੰ ਡੈਡੀਕੇਟ ਕਿੱਦਾਂ ਹੋਣਾ, ਸਮਰਪਿਤ ਕਿੱਦਾਂ ਹੋਣਾ। ਕਈ ਦਾਨ ਦਿੰਦੇ ਸੀ, ਇਸਤਰੀਆਂ ਤੱਕ ਦਾਨ ਕਰ ਦਿੰਦੇ ਸੀ। ਦੇਖੋ ਕੈਸੀ ਵਿਵਸਥਾ ਸੀ ਸਨਾਤਨ ਦੀ, ਵੀ ਖਰੇ ਇਸ ਨਾਲ ਮੁਕਤੀ ਹੋ ਜਾਣੀ ਹੈ। ਅੰਨ ਬਸਤਰ ਭੂਮ ਬਹੁ ਅਰਪੇ, ਨਹਿ ਮਿਲੀਐ ਹਰ ਦੁਆਰਾ। ਅੰਨ, ਕੱਪੜੇ, ਜ਼ਮੀਨ ਸਭ ਦਾਨ ਦੇ ਦੇਣਾ, ਪਰ ਉਹਦੇ ਇਵਜ਼ ਵਿੱਚ ਕਰਤੇ ਪੁਰਖ ਨਾਲ ਕੋਈ ਪਹੁੰਚ ਨਹੀਂ ਬਣੀ। ਨਹਿ ਮਿਲੀਐ ਹਰ ਦੁਆਰਾ, ਕੋਈ ਮੇਰਾ ਕਨੈਕਸ਼ਨ ਨਹੀਂ ਬਣਿਆ ਉਹਦੇ ਨਾਲ। ਕਨੈਕਸ਼ਨ ਬਣਨਾ ਕਿੱਥੋਂ ਸੀ? ਰਹਾਓ ਐਡਾ ਵੱਡਾ ਤੁਕ ਦਿੱਤੀ ਸਪੈਸ਼ਲ, ਅਖਰੋਟ ਜਿੱਡਾ ਰਹਾਓ ਲਿਖਿਆ ਅੱਗੇ, ਕਹਿੰਦੇ ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਕਰਮ ਕਾਂਡ ਹੈ। ਗਰੀਬ ਬਣ ਕੇ, ਨਿਮਾਣੇ ਬਣ ਕੇ ਉਸ ਕਰਤੇ ਪੁਰਖ ਤੋਂ ਵਿਚਾਰਵਾਨ ਵਿਵੇਕ ਬੁੱਧੀ ਦੀ ਜਾਚਨਾ ਕਰੀਏ, ਕਿਉਂਕਿ ਗਿਆਨ ਨੂੰ ਬੁੱਧੀ ਫੜਦੀ ਹੈ। ਗਿਆਨ ਸਮਝ ਕੇ ਵਰਤਿਆ ਜਾਂਦਾ ਹੈ। ਗਿਆਨ ਨੂੰ ਝੂਟੇ ਨਹੀਂ ਦਿੱਤੇ ਜਾਂਦੇ, ਗਿਆਨ ਦੀ ਪੂਜਾ ਨਹੀਂ ਕੀਤੀ ਜਾਂਦੀ, ਗਿਆਨ ਨੂੰ ਕੇਵਲ ਤੇ ਕੇਵਲ ਸਮਝਿਆ ਜਾਂਦਾ।
अगे चलिए। पूजा अर्चा बंधन डंडौत खट कर्मा रत रहता। देवतियां दी पूजा आदि करनी, धूफ धाफ ला के, फिर डंडौत डंडे आंगू लम्मे पै के बंदगी करनी। उत्थे पटियाले काली देवी का मंदिर है, उत्थे कई लोग निकलते सी, लम्मे पै पै के मत्था टेकते टेकते अगे वधदे सी। डंडौत कहते एक बारी खड़े होना, फिर लम्मे पै जाना डंडे आंगू, और जिथे अगला सिर होना फिर पैर उत्थे रखने, फिर लम्मे पै जाना। इदां करते करते वो अपनी देवी की भगती करते सी। एग्जाम्पल है, सानू किसी के धर्म नाल किसी के विचारां नाल कोई दिक्कत नहीं है, लेकिन गुरबाणी नाल प्रेम है। जो गुरबाणी खोल रही है विचारवान बुद्धि दे नाल उहनूं असीं विचारना। पूजा अर्चा बंधन डंडौत खट कर्मा रहत रहता। फिर 6 कर्म ਜਿਹੜੇ जोग साधना ਦੇ, ਉਹਨਾਂ ਚ ਰੱਤੇ ਪਏ ਆ ਅਸੀਂ, ਉਹ ਛੱਡਣ ਨੂੰ ਤਿਆਰ ਨਹੀਂ ਅਸੀਂ। ਹਉ ਹਉ ਕਰਤ ਬੰਧਨ ਮੈਂ ਭਰਿਆ ਨਹਿ ਮਿਲਿਆ ਇਹ ਜੁਗਤਾ। ਹਉਮੈ ਦੇ ਤਹਿਤ ਮਾਇਆ ਬੰਧਨਾਂ ਚ ਫਸੇ ਪਏ ਆ। ਇਸ ਮਰਿਆਦਾ ਦੇ ਨਾਲ, ਇਸ ਜੁਗਤੀ ਦੇ ਨਾਲ, ਇਸ ਕੋਡ ਆਫ ਕੰਡਕਟ ਦੇ ਨਾਲ ਅਸੀਂ ਅਕਾਲ ਪੁਰਖ ਦੀ ਪ੍ਰਾਪਤੀ ਨਹੀਂ ਕਰ ਸਕਦੇ। ਕਿਉਂ? ਮੁੜ ਕੇ ਆਓ ਜੀ ਪਿੱਛੇ ਨੂੰ ਰਹਾਓ। प्यारे इन विद मिलन न जाई मैं किए कर्म अनेका। हार परे स्वामी के द्वारे दीजै बुद्ध विवेका। रहाओ। नंबर 6 होर की कहते जोग सिद्ध आसन 84 ए भी कर रहया। जोगा जोग 84 आसन, कहते 84 आसन ला के बिलीव करते सी कि 84 आसन बने सी ओदे, और वो कहते 84 कट्टण च बिलीव सी उन्हां दा भी ਜਿਹੜੇ 84 ਆਸਨ ਅਸੀਂ ਲਾ ਕੇ ਭਗਤੀ ਕਰਦੇ ਆ, ਇਹ ਸਾਡੀ ਸਾਨੂੰ 84 ਲੱਖ ਜੂਨਾਂ ਚੋਂ ਬਚਾ ਲੈਣਗੇ। ਇਹ ਵੀ ਕਰ ਰਹੇ ਆ, ਕਹਿੰਦੇ ਉਹ ਕਰ ਕਰਕੇ ਅੱਕ ਗਏ, ਉਹ ਮੈਂ ਗੋਡੇ ਖਰਾਬ ਕਰ ਲਏ, ਗਿੱਟੇ ਗੁੱਟੇ ਭਨਾਲੇ ਆਸਨ ਕਰਦੇ ਆ, ਕਈ ਵਾਰੀ ਡਿੱਗੇ। ਕਹਿੰਦੇ ਇਹ ਗੱਲ ਤੇ ਬਣੀ ਨਹੀਂ। जोग सिद्ध आसन 84 ਇਹ ਵੀ ਕਰ ਰਹੇ ਆ, ਇਹ ਵੀ ਕਰ ਕਰਕੇ ਦੇਖ ਲੈ। ਵੱਡੀ ਆਰਜਾ ਫਿਰ ਜਨਮੈ ਹਰ ਸਿਉ ਸੰਗ ਨਾ ਗਹਿਆ। ਉਮਰ ਵਧਾ ਲੈਂਦੇ ਆ। ਫਿਟਨੈਸ ਜ਼ਰੂਰੀ ਬਹੁਤ ਹੈ, ਲੇਕਿਨ ਉਹਦਾ ਮੋਟਿਵ ਹੋਣਾ ਚਾਹੀਦਾ ਕਿ ਕਾਹਦੇ ਵਾਸਤੇ ਹੈ। ਉਹ ਕਹਿੰਦੇ ਅਸੀਂ ਏਦਾਂ ਕਰਮਕਾਂਡ ਕਰਾਂਗੇ, ਆਸਨ ਲਾ ਲਾ ਕੇ, ਇੰਨੀ ਫਿਟਨੈਸ, ਇੰਨਾ ਆਪਣੀ ਡਾਈਟ ਵੱਲ ਧਿਆਨ ਦੇਣਾ, ਉਮਰ ਵਧਾ ਲੈਣੀ ਆਪਣੀ। ਪਰ ਕਹਿੰਦੇ ਆ ਜਨਮ ਮਰਨ ਦਾ ਰੇੜਕਾ ਨਹੀਂ ਮੁੱਕਿਆ, ਇਹੋ ਨਹੀਂ ਕੱਟ ਸਕਿਆ। ਅਤੇ ਨਾ ਹੀ ਕਰਤੇ ਪੁਰਖ ਦੀ, ਪਰਮਾਤਮਾ ਦੀ, ਪ੍ਰਭ ਦੀ ਨੇੜਤਾ ਮਹਿਸੂਸ ਹੋਈ। ਹਰ ਸਿਉ ਸੰਗ ਨਾ ਗਹਿਆ। ਫੇ ਪਿੱਛੇ ਪਿਆਰੇ ਇਨ ਵਿਦ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾ। कर्म कांड है। हार परे स्वामी के द्वारे दीजै बुद्ध विवेका। जो वरतना है बुद्धि दे नाल, बुद्धि दी वरतों करनी पैनी है। ਇਹ ਜਿੱਦਾਂ ਕਰਤੇ ਪੁਰਖ ਨੇ ਭੇਜੀ ਹੈ, ਨਵੀਂ ਦੀ ਨਵੀਂ ਨਾ ਕਿਤੇ ਵਾਪਸ ਚਲ ਜੇ। ਇਹਨੂੰ ਵਰਤੋ, ਇਹਨੂੰ ਹੰਡਾਓ, ਬੁੱਧੀ ਦੇ ਨਾਲ ਗਿਆਨ ਨੂੰ ਖੋਲੋ। राज लीला राजन की रचना करया हुक्म अफारा। सेज सोहनी चंदन चोआ नरक घोर का द्वारा। कई लोग हकूमत दे रंग तमाशे माणदे आ। कर्म ने, पिछले कर्म ने, आपां कहने ये मरदे नहीं यार, 98 95 साल दे हो गए, अजे भी MLA की टिकट लैण नूं फिरदे आ। हकूमत दे रंग तमाशे माणदे आ, उन्हां वो लिखा के आए। राज लीला राजन की रचना करया हुक्म अफारा। हकूमत दे रंग तमाशे माणदे आ, अपने
ਆਪਣੇ ਠਾਠੇ ਬਾਗੇ ਕਰਕੇ ਲੋਕਾਂ ਤੇ ਹੁਕਮ ਚਲਾਉਂਦੇ ਆ, ਲਿਆ ਵੀ ਉਹ ਗੱਡੀ ਕੱਢ ਚੱਲੀਏ, ਆ ਕਰ ਚਾਹ ਲਿਆ ਫਲਾਣਾ, ਇਹ ਮੰਨਦੇ ਆ ਚੀਜ਼ਾਂ। ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ, ਔਰ ਅਯਾਸ਼ੀ ਦੀ ਇੰਤਹਾ ਦੇ ਵਿੱਚ ਉਹ ਫਿਰ ਨਰਕਾਂ ਦੇ ਭਾਗੀ ਬਣ ਜਾਂਦੇ ਆ, ਨਰਕਾਂ ਦੇ ਦਰਵਾਜ਼ੇ ਆਪਣੇ ਵਾਸਤੇ ਖੁਲਾ ਲੈਂਦੇ ਆ। ਇਹਦੇ ਇਹ ਇੱਧਰ ਨੂੰ ਨਾ ਜਾਈ, ਏਦਾਂ ਨਾ ਸੋਚੀ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਨੇਕਾ, ਹਾਰ ਪਰਿਓ ਸੁਆਮੀ ਕੇ ਦੁਆਰੇ, ਦੀਜੈ ਬੁੱਧ ਵਿਵੇਕਾ ਰਹਾਓ। ਹੋਰ ਅੱਗੇ ਚਲੀਏ, ਇੱਥੇ ਇੱਕ ਕਲੋਜ਼ਿੰਗ ਲਾਈਨ ਹੈ ਸ਼ਬਦ ਦੀ, ਨੰਬਰ 8, ਔਰ ਇਹਦੇ ਬਾਅਦ ਵੀ ਫਿਰ ਇੱਕ ਉਹਨਾਂ ਨੇ ਸਾਨੂੰ ਗਿਆਨ ਦਿੱਤਾ ਕਿ ਮੈਂ ਕਰਨਾ ਕੀ ਆ। ਕਲੋਜ਼ਿੰਗ ਲਾਈਨ ਦੇ ਵਿੱਚ ਕਹਿੰਦੇ ਆ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਸਰਬ ਸ੍ਰੇਸ਼ਟ ਜਿਹੜਾ ਕੰਮ ਹੈ ਉਹ ਬੰਦਗੀ ਕਰਕੇ, ਭਜਨ ਕਰਕੇ, ਇਬਾਦਤ ਕਰਕੇ ਪ੍ਰਭੂ ਮਿਲਾਪ ਦੀ ਅਵਸਥਾ ਤੱਕ ਪਹੁੰਚਣਾ। ਸਾਧ ਸੰਗਤ ਇੱਕ ਅਵਸਥਾ ਹੈ, ਸਾਧ ਦੀ ਸੰਗਤ ਜਿਹੜੀ ਅੰਦਰ ਹਾਸਲ ਹੁੰਦੀ ਹੈ, ਬਾਹਰ ਨਹੀਂ ਹੈ ਸੰਗਤ। ਬਾਹਰ ਕੇਵਲ ਸਾਧ ਸੰਗਤ ਬਾਹਰ ਨਹੀਂ ਹੈ, ਬਾਹਰ ਕੇਵਲ ਸੰਗਤ ਹੈ। ਸੰਗਤ का गुण बहुत अधिकाई, ਇਹ ਵੀ ਬੜੀ ਜ਼ਰੂਰੀ ਹੈ, ਇਹਦਾ ਵੀ ਬੜਾ ਵੱਡਾ ਗੁਣ ਹੈ, ਲੇਕਿਨ ਇਹ ਸਾਧ ਸੰਗਤ ਨਹੀਂ ਹੈ। ਸਾਧ ਸੰਗਤ ਹੈ ਕਰਤੇ ਪੁਰਖ ਦਾ ਮਿਲਾਪ, ਭਜਨ ਬੰਦਗੀ ਕਰਕੇ ਹਰ ਕੀਰਤ, ਉਸ ਕੀਰਤ ਦੇ ਨਾਲ, ਹਰ ਕੀਰਤ ਉੱਤਮ ਨਾਮ ਹੈ, ਵਿੱਚ ਕਲਯੁਗ ਕਰਨੀ ਸਾਰ। ਨਾਮ ਅਭਿਆਸ, ਨਾਮ ਅਭਿਆਸ ਦੀ ਕੀਰਤ ਕਰਕੇ ਸਾਧ ਸੰਗਤ ਦੀ ਅਵਸਥਾ ਦੇ ਉੱਤੇ ਪਹੁੰਚਣਾ, ਉਹੀ ਸਭ ਤੋਂ ਵੱਡਾ ਕੰਮ ਹੈ। ਸਿਰ ਕਰਮਨ ਕੇ ਕਰਮਾ, ਹਾਥੀ ਦੇ ਪੈਰ ਤੇ ਸਾਰੇ ਪੈਰ ਆ ਜਾਂਦੇ ਆ, ਆਪਾਂ ਗੱਲ ਕਰਦੇ ਹੁੰਨੇ ਆ। ਉੱਤੇ ਜੋ ਲਿਖਿਆ ਸ਼ਬਦ ਦੇ ਆ ਸਾਰਾ ਜਿਹੜਾ ਆਪਾਂ ਪੜ੍ਹ ਕੇ ਆਏ ਆ, ਕਹਿੰਦੇ ਇਹਨੂੰ ਤਿਆਗੋ। ਸਭ ਤੋਂ ਉੱਚਾ ਕਰਮ ਹੈ ਅਕਾਲ ਪੁਰਖ ਦੀ ਭਜਨ ਬੰਦਗੀ ਕਰਕੇ ਉਸ ਦੇ ਮਿਲਾਪ ਤੱਕ, ਮਿਲਾਪ ਦੀ ਅਵਸਥਾ ਤੱਕ ਪਹੁੰਚਣਾ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਨਾਨਕ ਜੋਤ ਆਖਦੀ ਹੈ, ਪ੍ਰਭੂ ਦੇ, ਪਰਮਾਤਮਾ ਦੇ, ਅਕਾਲ ਪੁਰਖ ਦੇ ਗੁਰ ਪ੍ਰਸਾਦ ਨਾਲ ਹੀ ਸਾਰੀ ਪ੍ਰਾਪਤੀ ਹੋ ਸਕਦੀ ਹੈ, ਪਰ ਪੂਰਬਲੇ ਕਰਮਾਂ ਦਾ ਸਦਕਾ, ਪੂਰਬਲੇ ਕਰਮਾਂ ਦਾ ਸਦਕਾ। ਹੁਣ ਅਸੀਂ ਪੂਰਬਲੇ ਕਰਮ, ਮੈਂ ਤਾਂ ਕਹਿੰਦਾ ਬਹੁਤ ਚੰਗੇ ਹੈ, ਸਾਡੀ ਗੁਰਬਾਣੀ ਨਾਲ ਸਾਂਝ ਹੈ, ਗੁਰਬਾਣੀ ਸਾਡੇ ਕੋਲ ਹੈ। ਇਹ ਇਸ ਤੋਂ ਵੱਡਾ ਕੰਮ ਹੋਰ ਕੀ ਹੋਏਗਾ? ਇਸ ਤੋਂ ਵੱਡਾ ਗੁਰਪ੍ਰਸਾਦ ਬਖਸ਼ਿਸ਼, ਜਨਮ ਸਿੱਖ ਦੇ ਘਰ ਮਿਲ ਜੇ, ਗੁਰਸਿੱਖ ਦੇ ਘਰ ਮਿਲ ਜੇ, ਗੁਰਬਾਣੀ ਨਾਲ, ਚੰਗੀ ਸੰਗਤ ਨਾਲ ਸਾਂਝ ਪੈ ਜੇ, ਇਸ ਤੋਂ ਵੱਡਾ ਕੀ ਹੋਏਗਾ? ਫਿਰ ਸਾਡਾ ਫਰਜ਼ ਨਹੀਂ ਬਈ ਅਸੀਂ ਉਹ ਆਪਣਾ ਜਿਹੜਾ ਫਰਜ਼ ਅਦਾ ਕਰੀਏ, ਇੰਡੀਵਿਜੂਅਲੀ ਅਸੀਂ ਅਕਾਲ ਪੁਰਖ ਦੀ ਇਬਾਦਤ ਕਰੀਏ, ਭਜਨ ਬੰਦਗੀ ਕਰੀਏ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ। ਜਿਹੜੇ ਉੱਤੇ ਦੱਸੇ ਆ ਸਾਰੇ, ਇਹਨਾਂ ਨੂੰ ਤਿਆਗ ਕੇ ਇੱਕ ਭਜਨ ਬੰਦਗੀ ਦਾ ਰਸਤਾ ਫੜੀਏ ਤੇ ਸਾਧ ਸੰਗਤ ਦੀ ਅਵਸਥਾ ਤੱਕ ਪਹੁੰਚੀਏ। ਪਰ ਇਹ ਫੇਰ ਵੀ ਇਹ ਕਰਦੇ ਕਰਦੇ ਕਾਹੂ ਫਲ ਕੀ ਇੱਛਾ ਨਹੀਂ ਬੰਛੈ, ਕੇਵਲ ਭਗਤ ਕੀਰਤਨ ਸੰਗ ਰਾਚੈ। ਕੇਵਲ ਭਗਤੀ ਕਰਨੀ ਹੈ, ਕੇਵਲ ਅਸੀਂ ਆਪਣਾ ਜਿਹੜਾ ਫਰਜ਼ ਹੈ ਮਿਹਨਤ ਕਰਨ ਦਾ, ਦਿਨ ਰਾਤੀ ਅਰਾਧੋ ਪਿਆਰੋ ਨਿਮਖ ਨਾ ਕੀਜੈ ਢੀਲਾ, ਅਸੀਂ ਉਹ ਅਦਾ ਕਰਨਾ। ਹੁਣ 8 ਨੰਬਰ ਇੱਥੇ ਸ਼ਬਦ ਪੂਰਾ ਹੋ ਗਿਆ, ਅਸ਼ਟਪਦੀ 8 ਪਦਿਆਂ ਦਾ ਸ਼ਬਦ ਜਿਹੜਾ ਹੈ ਉਹ ਪੂਰਾ ਹੋ ਗਿਆ। ਅਸ਼ਟਪਦੀਆਂ ਇੱਥੇ ਹੈਡਿੰਗ ਲਿਖਿਆ ਉੱਤੇ, ਦੇਖੋ ਕਮਾਲ ਦੀ ਗੱਲ, 8 ਆ ਪਦਾ ਨੰਬਰ 8, ਇੱਥੇ ਇਹ ਸ਼ਬਦ ਪੂਰਾ ਹੋ ਜਾਂਦਾ ਹੈ, ਲੇਕਿਨ ਅੱਗੇ ਰਿਜ਼ਲਟ ਕੱਢਤਾ ਉਹਨਾਂ ਨੇ ਸਾਰੇ ਸ਼ਬਦ ਦਾ, ਕਿਉਂਕਿ ਇੱਥੇ ਸੰਬੋਧਨ ਹੋ ਰਹੇ ਸੀ
अपने आप नू प्यारे इन विद मिलन न जाई, मैं किए कर्म निका, हार परियो स्वामी के द्वारे दीजे बुद्ध विवेका। आप उस अवस्था च आके, जिहड़ी अवस्था च गुरु सिखां नू समझा रहा है, ਉਹ ਸਿੱਖਾਂ ਦੇ ਥਾਂ ਤੇ ਆ ਕੇ ਗੱਲ ਕਰ ਰਹੇ ਆ ਕਿ ਉਹ ਅੱਗੇ ਲਿਖ ਰਹੇ ਨੇ, ਕਹਿੰਦੇ ਹੁਣ ਮੈਂ ਕੀ ਕਰਦਾ, ਹੁਣ ਆ ਮੇਰੀ ਵਿਵੇਕ ਬੁੱਧੀ ਆ ਗਈ ਆ, ਗਿਆਨ ਹੋ ਗਿਆ, ਮੈਂ ਹੁਣ ਸਾਧ ਸੰਗਤ ਦੀ ਪ੍ਰਾਪਤੀ ਵੱਲ ਨੂੰ ਲੱਗ ਗਿਆ, ਕਿਉਂਕਿ ਮੈਨੂੰ ਪਤਾ ਲੱਗ ਗਿਆ ਸਿਰ ਕਰਮਨ ਕੈ ਕਰਮਾ। ਹੁਣ ਕਹਿੰਦੇ ਤੇਰੋ ਸੇਵਕ ਇਹ ਰੰਗ ਮਾਤਾ, ਬਲਕਿ ਛੱਡਤਾ ਸਾਰਾ ਕੁਝ। ਹੁਣ ਕਹਿੰਦੇ ਤੇਰਾ ਸੇਵਕ ਐਸ ਰੰਗ ਦੇ ਵਿੱਚ ਹੀ ਮੱਤਿਆ ਪਿਆ ਆ, ਰੁੱਝਿਆ ਪਿਆ ਆ ਨਾਮ ਦੇ ਰੰਗ ਦੇ ਵਿੱਚ। ਸੇਵਕ ਦੇ ਕੱਕੇ ਨੂੰ ਔਂਕੜ ਬਣ ਗਈ ਇੱਥੇ। ਸੇਵਕ ਭਗਤ ਹੈ ਜਿਹੜਾ ਕਰਤੇ ਪੁਰਖ ਦੀ ਇਬਾਦਤ ਕਰ ਰਿਹਾ ਇਮਾਨਦਾਰੀ ਦੇ ਨਾਲ, ਇਮਾਨਦਾਰੀ ਦੇ ਨਾਲ। ਦਿਖਾਵਾ ਨਹੀਂ, ਕਿਸੇ ਵਸਤ ਦੀ ਪ੍ਰਾਪਤੀ ਵਾਸਤੇ ਨਹੀਂ, ਕਿਸੇ ਨੂੰ ਦਿਖਾਉਣ ਵਾਸਤੇ ਨਹੀਂ, ਕਿਸੇ ਨੂੰ ਰਝਾਉਣ ਵਾਸਤੇ ਨਹੀਂ, ਕੇਵਲ ਤੇ ਕੇਵਲ ਕਰਤੇ ਪੁਰਖ ਦੀ ਬੰਦਗੀ ਕਰਨ ਵਾਲਾ ਸੇਵਕ ਹੈ। ਉਹ ਹੁਣ ਨਾਮ ਦੇ ਰੰਗ ਵਿੱਚ, ਭਜਨ ਬੰਦਗੀ ਵਿੱਚ ਮੱਤਿਆ ਪਿਆ, ਰੁੱਝਿਆ ਪਿਆ, ਰਲਿਆ ਪਿਆ। ਤੇ ਫਿਰ ਜਦੋਂ ਇੱਥੋਂ ਤੱਕ ਮਿਹਨਤ ਜਾਊਗੀ, ਭਇਓ ਕਿਰਪਾਲ ਦੀਨ ਦੁਖ ਭੰਜਨ, ਭਇਓ ਕਿਰਪਾਲ ਦੀਨ ਦੁਖ ਭੰਜਨ, ਕਹਿੰਦੇ ਫਿਰ ਉਹ ਵੀ ਕਿਰਪਾ ਕਰਦਾ। ਕਿਰਪਾ ਦੇ ਨਾਲ ਨਾਮ ਜਪਦਿਆਂ ਜਪਦਿਆਂ ਮੇਰਾ ਮਨ ਐਸ ਪੱਕੇ ਰੰਗ ਦੀ ਲਪੇਟ ਵਿੱਚ ਆ ਗਿਆ, ਜਿਹੜਾ ਰੰਗ ਹੀ ਭਗਤੀ ਦਾ ਹੈ। ਹਰ ਹਰ ਕੀਰਤਨ, ਕੀਰਤਨ ਉਹ ਹੈ ਜਦੋਂ ਪ੍ਰਭੂ ਦੀ ਕੀਰਤੀ ਇਸ ਸਰੀਰ ਦੇ ਅੰਦਰ ਸ਼ੁਰੂ ਹੋ ਜਾਏ। ਕੀਰਤਨ ਆਟੋਮੈਟਿਕ ਸ਼ਬਦ ਦਾ ਅਭਿਆਸ ਸਰੀਰ ਦੇ ਅੰਦਰ ਚੱਲਣਾ ਸ਼ੁਰੂ ਹੋ ਜਾਏ, ਉਹਨੂੰ ਕਹਿੰਦੇ ਆ ਕੀਰਤਨ। ਤਾਂ ਲਿਖੇ ਦੋ ਲਫ਼ਜ਼ ਹਰ ਹਰ ਭਗਤੀ। ਜਦੋਂ ਸੇਵਕ ਬਣ ਕੇ ਭਗਤੀ ਕਰਾਂਗੇ, ਕਰਤੇ ਪੁਰਖ ਦੀ ਬਖਸ਼ਿਸ਼ ਦੇ ਪਾਤਰ ਬਣਾਂਗੇ। ਕਈ ਕਹਿ ਦਿੰਦੇ ਆ ਜੀ ਜਿਸ ਸਾਰਾ ਕੁਝ ਹੀ ਉਹ ਕਰਤੇ ਪੁਰਖ ਦੇ ਹੱਥ ਹੈ, ਫਿਰ ਅਸੀਂ ਕੀ ਕਰਨਾ? ਅਸੀਂ ਆਹ ਕਰਨਾ ਬਸ। ਅਸੀਂ ਉਹਦਾ ਨਾਮ ਜਪਣਾ, ਉਹਦੇ ਭਾਣੇ 'ਚ ਰਹਿਣਾ, ਭੈ 'ਚ ਰਹਿਣਾ। ਜੋ ਉਹਨੂੰ ਭਾਉਂਦਾ ਉਹ ਕਰਮ ਕਰਨਾ ਅਸੀਂ, ਬਾਕੀ ਹੋਰ ਸੋ ਕਾਲਡ ਕਰਮ ਕਾਂਡ ਨਹੀਂ ਕਰਨੇ। ਤੇਰੋ ਸੇਵਕੇ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ। ਫਿਰ ਉਹ ਗੁਰ ਪ੍ਰਸਾਦ ਕਰਤੇ ਪੁਰਖ ਨੇ ਦਿੱਤਾ ਆਪਣੇ ਸੇਵਕ ਨੂੰ, ਤੇ ਸੇਵਕ ਕਿੱਥੇ ਪਹੁੰਚਿਆ? ਹਰ ਹਰ ਕੀਰਤਨ ਇਹ ਮਨ ਰਾਤਾ। ਉਹ ਫਿਰ ਉਸ ਭਜਨ ਬੰਦਗੀ ਦੇ ਵਿੱਚ ਇੱਕ ਮਿੱਕ ਹੋ ਗਿਆ, ਬਸ ਉਹਨੂੰ ਹੋਰ ਕੁਛ ਚਾਹੀਦਾ ਹੀ ਨਹੀਂ ਆ। ਉਹ ਪੱਕੇ ਰੰਗ ਦੀ ਲਪੇਟ 'ਚ ਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਕਿਸੇ ਵੀ ਸੱਜਣ ਨੇ ਕੋਈ ਵਿਚਾਰ ਦੇਣਾ ਹੋਏ, ਆਪਾਂ 10 ਮਿੰਟ ਲਾਵਾਂਗੇ ਤੇ ਉਹ ਆਪਣੇ ਵਿਚਾਰ ਦੇ ਸਕਦੇ ਆ, ਆਪਣੇ ਆਪ ਨੂੰ ਅਨਮਿਊਟ ਕਰਕੇ। ਜਾਂ ਜੇ ਕੋਈ ਸਵਾਲ ਵੀ ਮਨ 'ਚ ਆ ਰਿਹਾ, ਉਹ ਪਲੀਜ਼ ਸੰਗੋ ਨਾ। ਬੜੀ ਵਾਰ ਬੇਨਤੀ ਕੀਤੀ, 2-2.5 ਸਾਲ ਹੋ ਗਏ ਆਪਾਂ ਨੂੰ ਕਰਦਿਆਂ ਨੂੰ। ਕੋਈ ਵੀ ਵਿਚਾਰ ਸਾਂਝਾ ਕਰੋ ਜ਼ਰੂਰ, ਸ਼ੱਕ ਸ਼ੁਬਾ ਕੁਛ ਨਾ ਰਹਿਣ ਦਿਓ। ਚੈਟ ਕਰਕੇ ਦੱਸੋ ਜੇ ਅਨਮਿਊਟ ਨਹੀਂ ਕਰ ਸਕ ਰਹੇ। ਸਿਮਰਤਪਾਲ ਜੀ ਪਲੀਜ਼ ਹੈਲਪ। ਇੱਥੇ ਦੇਖੋ ਵੀ ਸਾਰੇ ਪਾਰਟਿਸਪੈਂਟ ਆਪਣੇ ਆਪ ਨੂੰ ਅਨਮਿਊਟ ਕਰ ਸਕਦੇ ਹੋ।
ਹਾਂਜੀ ਕਰ ਸਕਦੇ ਵੀਰ ਜੀ। ਓਕੇ ਜੀ, ਓਕੇ, ਬੋਲੋ ਫਿਰ, ਬੋਲੋ, ਬੋਲਦੇ ਕਿਉਂ ਨਹੀਂ? ਮੈਂ ਵੀ ਤੁਹਾਡੀ ਆਵਾਜ਼ ਸੁਣਨੀ ਹੈ। I ਕੋਈ, think ਵੀਰ ਜੀ ਹਾਂਜੀ, ਅੱਜ ਦਾ ਮੈਸੇਜ ਵਾਸ ਵੈਰੀ ਕਲੀਅਰ ਐਂਡ of course ਵੀ ਸਾਰਾ ਅਸੀਂ ਸਾਰੇ I mean all the ਸ਼ਬਦ ਜਿਹੜੇ ਤੁਸੀਂ ਇਸ ਥੀਮ ਤੇ ਕੀਤੇ ਨੇ they all very clear and the message is also very clear। ਹੁਣ ਉਹੀ ਹੈ ਕਿ ਸਮਝਣਾ and ਉਹਨੂੰ follow ਕਰਨਾ is the next step, right? That is what we should be doing now, so ਵੈਰੀ ਗੁੱਡ। just trying to ਹੁਣ ਤੁਸੀਂ wrap our heads, I mean at least for me I'm trying to wrap my head around it, ਲਵਲੀ, so ਲਵਲੀ, or ਥੈਂਕ ਯੂ। life ਵਿੱਚ daily life ਵਿੱਚ changes ਲਿਆਣੇ, that is what I'm trying to that is what my effort is now। ਗ੍ਰੇਟ। ਹੁਣ ਇਹ ਵੀ ਵਿਚਾਰ ਕਰਿਓ ਕਿ ਆਪਾਂ ਇਹ ਜਿਹੜੀ ਬੈਠਕ ਹੈ ਆਪਣੀ, ਇਹ ਬੈਠਕ ਆਪਣੀ ਏਦਾਂ ਹੀ ਰੱਖਾਂਗੇ। ਹੁਣ ਇੱਕ ਤੋਂ ਸ਼ੁਰੂਆਤ ਕਰੀਏ। ਇੱਕ ਬੈਠਕ ਆਪਾਂ 1 ਘੰਟੇ ਦੀ ਕੇਵਲ ਨਾਮ ਅਭਿਆਸ ਦੀ ਰੱਖਣੀ ਹੈ। ਉਹ ਜਿਹੜੇ ਸੱਜਣ ਜਿਨ੍ਹਾਂ ਨੂੰ ਗੁਰਬਾਣੀ ਨਾਲ ਜਿਨ੍ਹਾਂ ਦਾ ਪ੍ਰੇਮ ਵਧਿਆ, ਜਿਹੜੇ ਸੋਚਦੇ ਆ ਕਿ ਅਸੀਂ ਆਹ ਕਰੀਏ, ਆਪਾਂ ਕੇਵਲ ਸ਼ਬਦ ਅਭਿਆਸ ਦੀ ਜਿਹੜੀ ਹੈ ਬੈਠਕ ਸ਼ੁਰੂ ਕਰਾਂਗੇ ਜੇ ਸੰਗਤਾਂ ਸਹਿਯੋਗ ਦੇਣਗੀਆਂ। ਬਹੁਤ ਅੱਛੀ ਗੱਲ ਹੈ ਜਸਕਰਨ ਭੈਣ ਜੀ, ਥੈਂਕ ਯੂ ਸੋ ਮਚ। ਵਾਹਿ ਖਾਲਸਾ ਵਾਹਿ ਫਤਿਹ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇੱਕ ਆਪਣਾ ਪੰਕਤੀ ਅੱਜ ਦੇ ਵਿਚਾਰ ਚ ਆਈ ਸੀਗੀ, ਉਹ ਥੋੜਾ ਜਿਹਾ ਉਹਦਾ ਹੋਰ ਥੋੜਾ ਖੁਲਾਸਾ ਕਰੀਏ। ਕਹੋ ਨਾਨਕ ਤਿਸ ਭਿਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ। ਤਾਂ ਆਪਾਂ ਅੱਗੇ ਵੀ ਆਪਾਂ ਵਿਚਾਰਦੇ ਆਏ ਨੇ, ਉਹ ਤਾਂ ਹਰ ਸਵਾਸ ਵਿੱਚ ਲਿਖੇ ਜਾ ਰਹੇ ਨੇ, ਹਨਾ। ਤੇ ਇਹ ਪੂਰਬ ਲਿਖੇ ਕਾ ਲੈਣਾ ਤਾਂ ਫਿਰ ਵੀ ਹੋ ਗਿਆ ਕਿ ਪ੍ਰੀ ਆਰਡੇਨਡ ਨਹੀਂ ਹੈ ਨਾ। ਇਹ ਤਾਂ ਐਸ ਜਿੱਦਾਂ ਆਪਾਂ ਹੁਣ ਘੜੀ ਤੋਂ ਘੜੀ ਜਿੱਦਾਂ ਚੱਲ ਰਿਹਾ ਆਪਣਾ, ਉਹ ਘੜੀ ਤੋਂ ਘੜੀ ਲੇਖ ਲਿਖੇ ਜਾ ਰਹੇ ਨੇ। ਕਰੈਕਟ ਅੰਡਰਸਟੈਂਡਿੰਗ ਹੈ? ਪ੍ਰੀ ਆਰਡੇਨਡ ਤਾਂ ਨਹੀਂ ਹੋ ਸਕਦਾ, ਜਿੱਦਾਂ ਇੱਥੇ ਇਹਨਾਂ ਇੰਗਲਿਸ਼ ਵੀ ਟ੍ਰਾਂਸਲੇਟ ਕਰਦੇ ਨੇ ਪ੍ਰੀ ਡਿਸਟਾਈਨਡ ਟੂ ਰਿਸੀਵ ਇਟ। ਹਾਂਜੀ, ਉਹ ਇਹ ਟ੍ਰਾਂਸਲੇਸ਼ਨ, ਇਹ ਅੱਜ ਮੈਂ ਕੇਵਲ ਇੱਥੇ ਸਕਰੀਨ ਤੇ ਗੁਰਬਾਣੀ ਹੀ ਖੋਲਣਾ ਚਾਹੁੰਦਾ ਹੁੰਨਾ, ਲੇਕਿਨ ਅੱਜ ਮੇਰਾ ਉਹ ਗੂਗਲ ਕ੍ਰੋਮ ਹੀ ਡਿਲੀਟ ਹੋ ਗਿਆ। I don't know how come this happened। ਤੇ ਇਹ ਫਿਰ ਮੈਂ ਇੱਕ ਵੈਬਸਾਈਟ ਖੋਲ ਕੇ ਉੱਥੋਂ ਇਹ ਸਾਂਝੀ ਕੀਤੀ ਹੈ। ਸਕਰੀਨ ਗੁਰਬਾਣੀ ਸਾਹਮਣੇ ਹੋਏ ਤੇ ਥੋੜਾ ਜਿਹਾ ਸਮਝਣਾ ਈਜ਼ੀ ਹੋ ਜਾਂਦਾ। ਇਹ ਆਪਾਂ ਗੱਲ ਕਰਦੇ ਆ ਰਹੇ ਹਾਂ, ਜਿੱਦਾਂ ਐਸ ਸ਼ਬਦ ਚ ਵੀ ਹੈ, ਤੁਸੀਂ ਆ ਕੁਐਸਚਨ ਕੀਤਾ ਮੈਨੂੰ। ਹੁਣ ਇੱਕ ਵਾਰ ਫਿਰ ਆਪਣਾ ਕੁਐਸਚਨ ਜਿਹੜਾ ਉਹ ਰਿਪੀਟ ਕਰੋ ਜਰਾ। ਇਹ ਕੁਐਸਚਨ ਇਹ ਸੀ ਕਿ ਥੋੜਾ ਜਿਹਾ ਭੁਲੇਖੇ ਪੈ ਜਾਂਦੇ ਨਾ ਫਿਰ ਕਈ ਵਾਰ ਜਿਹੜੇ ਸੁਣ ਰਹੇ ਆ, ਕਿ ਪ੍ਰੀ ਡਿਸਟਾਈਨਡ ਮੀਨਸ ਕਿ ਤੁਹਾਡਾ ਜੋ ਲੇਖ ਲਿਖੇਗੇ ਉਦਾਂ ਹੀ ਤੁਹਾਡੀ ਜ਼ਿੰਦਗੀ ਚੱਲਣੀ ਹੈ, ਨਹੀਂ ਤੁਹਾਡਾ ਅੰਤ ਉਦਾਂ ਹੀ ਹੋਣਾ ਹੈ, ਉਦਾਂ ਹੀ ਤੁਹਾਡੀ ਉਚਾਈ ਹੋਣੀ ਹੈ ਕਿ ਨਹੀਂ ਹੋਣੀ, ਉਹ ਗੱਲ ਨਹੀਂ ਹੈ। ਨਹੀਂ, ਉਹ ਨਹੀਂ। ਗੁਰ ਕਾ ਸ਼ਬਦ ਘੱਟ ਹੈ ਕੋਟ ਕਰਮ। ਭਾਵੇਂ ਕਰਮ ਕਰਦੇ ਕਰਦੇ ਬਿਲਕੁਲ ਜ਼ੀਰੋ ਦੇ ਉੱਤੇ ਆ ਗਏ ਹੋਈਏ ਅਸੀਂ। ਗਨਕਾ ਇਸਤਰੀ ਦੀ ਸਾਡੇ ਕੋਲ ਐਗਜ਼ਾਮਪਲ ਹੈ, ਦ੍ਰੋਪਦੀ ਦੀ ਐਗਜ਼ਾਮਪਲ ਹੈ ਨਾ। ਇਹ ਕਰਮ ਤੇ ਹੈ, ਜੋ ਅਸੀਂ ਕਰਦੇ ਹਾਂ ਉਹ ਸਾਡਾ ਰਿਕਾਰਡਡ ਹੈ। ਗੁਰਬਾਣੀ ਕਿਉਂਕਿ ਸਾਨੂੰ ਇਹ ਗਿਆਨ ਦਿੰਦੀ ਹੈ ਔਰ ਇਹਦੇ ਚ ਭਰੋਸਾ ਅਸੀਂ ਕਰਨਾ। ਬੰਦਗੀ ਕਰਕੇ ਅਸੀਂ ਉਹ ਕਰਮ ਵੀ ਕੱਟ ਸਕਦੇ ਹਾਂ। ਗੁਰ ਕਾ ਸ਼ਬਦ ਘੱਟ ਹੈ ਕੋਟ ਕਰਮ। ਈਵਨ ਪਿਛਲੇ ਕਰਮ ਵੀ ਅਸੀਂ ਇਸ ਸ਼ਬਦ ਦੇ ਨਾਲ ਆਪਣੇ ਜੇ ਮਾੜੇ ਨੇ ਤੇ ਉਹ ਸੁਧਾਰੇ ਜਾ ਸਕਦੇ। ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ। ਨਾਨਕ ਜੋਤ ਇਹ ਆਖਦੀ ਹੈ ਕਿ ਇਹ ਜਿਹੜੀ ਪ੍ਰਾਪਤੀ ਹੈ ਉਹ ਉਸ ਇਨਸਾਨ ਨੂੰ ਹੁੰਦੀ ਹੈ ਕਿ ਜਿਹਦੇ ਤੇ ਪੂਰਬਲੇ ਕਰਮਾਂ ਦਾ ਸੰਸਕਾਰ। ਹੁਣ ਪੂਰਬਲੇ ਕਰਮ ਕਿਹੜੇ ਨੇ? ਆਪਾਂ ਇਹ 2-3 ਵਾਰੀ ਇਹਦੇ ਤੇ ਡਿਸਕਸ਼ਨ ਕੀਤੀ ਹੈ। ਹੁਣ ਤੁਸੀਂ ਜਿਹੜਾ ਸਵੇਰੇ 6 ਵਜੇ ਕੰਮ ਕੀਤਾ ਹੈ ਉਹ ਤੁਹਾਡਾ ਪੂਰਬਲਾ ਕੰਮ ਹੋ ਗਿਆ। ਇਹ ਪ੍ਰੈਜ਼ੈਂਟ ਦੇ ਵਿੱਚ ਇਹਨੂੰ ਗੱਲ ਕਰਨੀ ਆਪਾਂ, ਪ੍ਰੈਜ਼ੈਂਟ ਦੇ ਵਿੱਚ ਆਲਵੇਜ਼। ਹੁਣ ਤੁਸੀਂ ਹੁਣ ਟਾਈਮ 10 ਵਜੇ ਹੈ ਤੇ 9 ਵਜੇ ਜਿਹੜਾ ਤੁਸੀਂ ਕੰਮ ਕੀਤਾ ਉਹ ਤੁਹਾਡਾ ਪਿਛਲਾ ਕਰਮ ਹੈ, ਪੂਰਬਲਾ ਪਿਛਲਾ। ਹੁਣ ਉਹ ਅਸੀਂ ਸੁਧਾਰਨੇ ਆ ਭਗਤੀ ਕਰ ਕਰਕੇ। ਉਹਦਾ ਜਿਹੜਾ ਸੰਸਕਾਰ ਹੈ,
ਜਿਹੜਾ ਤੁਸੀਂ ਕੰਮ 9 ਵਜੇ ਕੀਤਾ ਪਹਿਲਾਂ ਕੀਤਾ, ਉਹ ਸੰਸਕਾਰ ਸਾਡੇ ਨਾਲ ਚੱਲਣਾ, ਉਹ ਸੰਸਕਾਰ ਦੇ ਅਨੁਸਾਰ ਜਿਹੜਾ ਲੇਖ ਲਿਖਿਆ ਜਾਣਾ। ਥੋੜੀ ਜਿਹੀ ਹੋਈ ਕਲੈਰਿਟੀ? ਹਾਂਜੀ ਵੀਰ ਜੀ, ਨਹੀਂ ਬਿਲਕੁਲ ਹੋਈ। ਹਾਂਜੀ, ਜਿਹੜੇ ਵੀ ਆਪਣੇ ਸਵਾਸ ਨੇ, ਜਿਹੜਾ ਸਵਾਸ ਨਿਕਲ ਗਿਆ ਉਹ ਪੂਰਬਲਾ ਕਰਮ ਬਣ ਗਿਆ। ਸੋ ਇਹ ਪੂਰਬਲਾ ਕਰਮ ਹੈ ਜਿਹੜਾ ਅਸੀਂ ਘੰਟਾ ਵੀ ਪਹਿਲਾਂ ਕੀਤਾ, 15 ਮਿੰਟ ਪਹਿਲਾਂ ਕੀਤਾ, ਉਹ ਪੂਰਬਲਾ ਕੰਮ ਬਣ ਗਿਆ। ਹੁਣ ਸਿੱਖਿਆ ਕੀ ਇੱਥੋਂ ਕੇਂਦਰੀ ਭਾਵ, ਇਹਦਾ ਅੰਤਰੀਵ ਭਾਵ ਕੀ ਲੈਣਾ ਕਿ ਅਸੀਂ ਆਪਣਾ ਜਿਹੜਾ ਸਮਾਂ ਹੈ ਉਹ ਭਗਤੀ ਦੇ ਵਿੱਚ ਹੀ ਕੱਢਣਾ, ਕਰਤੇ ਪੁਰਖ ਦੇ ਨਾਮ ਦੇ ਅਭਿਆਸ ਦੇ ਨਾਲ, ਮਦਦ ਨਾਲ, ਗਿਆਨ ਦੀ ਮਦਦ ਨਾਲ, ਗੁਰਬਾਣੀ ਦੀ ਮਦਦ ਨਾਲ, ਉਹਦੇ ਭਾਣੇ 'ਚ, ਭਾਵਨੀ 'ਚ, ਭੈ ਦੇ ਵਿੱਚ ਰਹਿਣਾ ਅਸੀਂ। ਫਿਰ ਗੁਰਪ੍ਰਸਾਦ ਸਾਨੂੰ ਮਿਲਣਾ ਹੀ ਮਿਲਣਾ ਜਦੋਂ ਉਹਦੇ ਸੇਵਕ ਬਣ ਗਏ ਅਸੀਂ। ਆਹੀ ਤਾਂ ਦੇਖੋ, ਇਹ ਰਹਾਉ ਦੂਜਾ ਹੈ। ਆਹ ਜਿਹੜੀ ਤੁਕ ਹੈ ਇਹ ਰਹਾਉ ਦੂਜਾ ਹੈ। ਹੁਣ ਇੱਥੇ ਲਿਖਿਆ ਰਹਾਉ ਦੂਜਾ, 8 ਪਦੇ ਪੂਰੇ ਕਰਕੇ ਉਹਨਾਂ ਨੇ ਦੂਜਾ ਰਹਾਉ ਦਿੱਤਾ ਵੀ ਇੱਧਰ ਨੂੰ ਆ ਜਾਓ। ਹੁਣ ਵੀ ਮੈਂ ਕੀ ਕਰਦਾ, ਮੈਨੂੰ ਇਹ ਕਿੱਦਾਂ ਕਿਰਪਾ ਹੋਈ? ਕਰਤੇ ਪੁਰਖ ਦਾ ਗੁਰਪ੍ਰਸਾਦ ਉਹਨੂੰ ਹੀ ਮਿਲਦਾ ਹੈ, ਉਹੀ ਪਾਤਰ ਬਣਦਾ ਜਿਹੜਾ ਉਹਦਾ ਸੇਵਕ ਬਣਦਾ, ਉਹਦੇ ਭੈ ਦੇ ਵਿੱਚ, ਭਾਵਨੀ ਦੇ ਵਿੱਚ, ਭਾਣੇ ਦੇ ਵਿੱਚ ਰਹਿ ਕੇ ਭਗਤੀ ਕਰਦਾ, ਅਭਿਆਸ ਕਰਦਾ, ਸ਼ਬਦ ਦਾ ਅਭਿਆਸ ਕਰਦਾ। ਠੀਕ ਹੈ ਜੀ? ਹਾਂਜੀ ਵੀਰ ਜੀ, ਨਹੀਂ ਕਲੀਅਰ ਹੈ। ਹਾਂਜੀ ਹਾਂਜੀ। ਸੋ ਪਲੀਜ਼, ਜੇ ਕੋਈ ਸੱਜਣ ਹੋਰ ਵਿਚਾਰ ਦੇਣੇ ਚਾਹੁੰਦੇ ਹੈ ਉਹ ਜ਼ਰੂਰ ਆਪਣੇ ਵਿਚਾਰ ਰੱਖਣ। ਚਲੋ ਫਿਰ ਆਪਾਂ ਦੀ ਬੈਠਕ ਦੀ ਸਮਾਪਤੀ ਵਾਲੇ ਪਾਸੇ ਜਾਂਦੇ ਹਾਂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਜਿੰਦਰ ਸਿੰਘ ਬੋਲ ਰਿਹਾ ਜੀ। ਹਾਂਜੀ ਹਾਂਜੀ ਹਾਂਜੀ, ਕੀ ਹਾਲ ਨੇ? ਹਾਂ, ਸ਼ੁਕਰ ਹੈ ਪ੍ਰਭੂ ਦੀ ਕਿਰਪਾ। ਉਹ ਵੀਰ ਜੀ ਨੇ ਜਿਹੜਾ ਸਵਾਲ ਕੀਤਾ ਸੀ ਨਾ, ਕੋਈ ਵੀ ਸਾਡਾ ਕਰਮ ਭਾਵੇਂ 1 ਮਿੰਟ ਪਹਿਲਾਂ ਦਾ, ਉਹ ਕਰਮ ਕਦੀ ਨਾਸ ਨਹੀਂ ਹੁੰਦਾ। ਅਸੀਂ ਚੰਗਾ ਕਰੀਏ ਜਾਂ ਮਾੜਾ ਕਰੀਏ, ਉਹਦਾ ਇਵਜ਼ਾਨਾ, ਉਹਦਾ ਰਿਵਾਰਡ ਸਾਨੂੰ ਭੁਗਤਣਾ ਹੀ ਪੈਣਾ ਵਾ। ਕਰੈਕਟ। ਅੱਛਾ, ਅਗਰ ਅਸੀਂ ਮਾੜੇ ਕਰਮ ਕਰਦੇ ਹਾਂ ਤਾਂ ਉਹਦਾ ਮਾੜਾ ਰਿਜ਼ਲਟ ਹੋਏਗਾ। ਪਰ ਗੁਰੂ ਸਾਹਿਬਾਂ ਨੇ ਸਾਨੂੰ ਕਿੱਡੀ ਵੱਡੀ ਛੂਟ ਦਿੱਤੀ ਹੈ ਭਾਈ, ਅਗਰ ਨਾਮ ਜਪਣ ਵਾਲੇ ਪਾਸੇ ਲੱਗੋਗੇ ਤੇ ਮਾੜੇ ਕਰਮ ਸਾਰੇ ਦਗਦ ਹੋ ਸਕਦੇ ਹਨ। ਪਰਫੈਕਟ। ਸੋ ਇਸ ਕਰਕੇ ਕਰਮ ਨਹੀਂ ਨਾਸ ਕਦੀ ਹੁੰਦਾ। ਅਸੀਂ ਚੰਗਾ ਕਰੀਏ ਜਾਂ ਮਾੜਾ ਕਰੀਏ, ਉਹਦਾ ਰਿਜ਼ਲਟ ਸਾਨੂੰ ਮਿਲਣਾ ਹੀ ਮਿਲਣਾ ਹੈ। ਵਾਟ ਇਜ਼ ਆਵਰ ਪ੍ਰੈਜ਼ੈਂਟ ਲਾਈਫ? ਇਟਸ ਆਲ ਡਿਪੈਂਡਸ ਅਪਨ ਆਵਰ ਪਾਸਟ। ਜੋ ਅਸੀਂ ਪਿੱਛੇ ਕੀਤਾ ਉਹਦਾ ਕਰਮ ਸਾਡਾ ਇਸ ਵੇਲੇ ਚੱਲ ਰਿਹਾ। ਸੋ ਉਹ ਬਹੁਤ ਕਲੀਅਰ ਤੁਸੀਂ ਕਰ ਦਿੱਤੀ ਹੈ, ਤੇ ਮੈਂ ਜ਼ਰਾ ਮਾੜਾ ਜਿਹੇ ਵਿੱਚ ਹੋਰ ਸ਼ੇਅਰ ਹੀ ਕੀਤਾ ਤੁਹਾਡੇ ਨਾਲ। ਸੋ ਕਰਮ ਜਿਹੜਾ ਕਦੀ ਨਾਸ ਨਹੀਂ ਹੁੰਦਾ। ਚੰਗਾ ਕਰੀਏ, ਮਾੜਾ ਕਰੀਏ, ਉਹਦਾ ਭੁਗਤਾਨ ਪ੍ਰਭੂ ਸਾਡੇ ਤੇ ਕਰਦਾ ਹੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਨਹੀਂ ਬਿਲਕੁਲ ਤੁਸੀਂ ਸਹੀ ਕਿਹਾ। ਜੇ ਆਪਾਂ ਕਰਮ ਆਪਣੇ ਖਾਤੇ ਵਿੱਚ ਲਿਖਾ ਲਿਆ, ਉਹਦਾ ਭੁਗਤਾਨ ਕਰਨਾ ਹੀ ਪੈਣਾ, ਕਰਨਾ ਹੀ ਪੈਣਾ, ਕਰਨਾ। ਜੇ ਤੁਸੀਂ ਕਰਤਾ ਭਾਵ ਕਰਤੇ ਤੇ ਛੱਡਤਾ ਫਿਰ ਨਹੀਂ। ਬਸ ਫਿਰ ਹੈ ਵੀ ਉਹਨਾਂ ਨੇ ਸਾਨੂੰ ਤਰੀਕਾ ਦੱਸਿਆ ਭਾਈ, ਗੁਰੂ ਕਾ ਸ਼ਬਦ ਕਾਟੇ ਕੋਟ ਕਰਮ। ਵੀ ਜੇ ਮਾੜੇ ਕਰਮਾਂ ਦੀ ਸਾਨੂੰ ਦੁੱਖ ਤਕਲੀਫਾਂ ਚੱਲ ਰਹੀਆਂ ਤੇ ਰੱਬ ਦੀ ਬੰਦਗੀ ਕਰੀਏ, ਭਾਣੇ ਵਿੱਚ ਰਹਿ ਕੇ ਅਸੀਂ ਸਭ ਟੋਟਲ ਸਮਰਪਣ ਕਰਕੇ ਉਹਦੀ ਇਬਾਦਤ ਕਰੀਏ ਤੇ ਸਾਡਾ ਕੰਮ ਸ਼ਾਇਦ ਸਰ ਜਾਵੇ। ਹਾਂਜੀ, ਜਿਹੜਾ ਆਪਣਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ, ਆਪਨੇ ਹੋਰ ਕਲੀਅਰ ਕਰ ਦਿੱਤਾ। ਇਹ ਜਿਹੜੀ ਬੈਠਕ ਚੱਲ ਰਹੀ ਹੈ ਨਾ, ਗੁਰਬਾਣੀ ਅਤੇ ਪਾਠ ਦਾ ਜਿਹੜਾ ਵਿਸ਼ਾ ਸਾਡਾ ਚੱਲ ਰਿਹਾ, ਇਹ ਛੇਤੀ ਕੰਪਲੀਟ ਹੋ ਜਾਣਾ। ਉਹਦੇ ਬਾਅਦ ਅਸੀਂ ਇੰਪੋਰਟੈਂਟ ਵਿਸ਼ੇ ਲੈ ਕੇ ਆਵਾਂਗੇ। ਮੈਨੂੰ ਵਿੱਚੋਂ ਵੀ ਸੰਗਤ ਚੋਂ ਵੀ ਆਈ ਸੀ ਵੀ ਜਿਹੜੀ ਵਾਰ ਕਰੀਏ ਆਪਾਂ, ਆਸਾ ਦੀ ਵਾਰ ਜਿਹਨੂੰ ਕਹਿੰਦੇ ਆ,
ਅਸੀਂ ਉਹਨੂੰ ਵਾਰ ਕਹਿੰਦੇ ਹਾਂ, ਕਿਉਂਕਿ ਬਾਬੇ ਨਾਨਕ ਨੇ ਉਹਦਾ ਹੈਡਿੰਗ ਵਾਰ ਦਿੱਤਾ ਹੈ, ਵਾਰ ਸਲੂਕਾਂ ਨਾਲ। ਸੋ ਇਹ ਵਿਸ਼ੇ ਅਸੀਂ ਛੋਟੇ ਛੋਟੇ ਲੈ ਕੇ ਆਵਾਂਗੇ ਅੱਗੇ, ਉਹਦੇ 'ਚ ਸਾਰੇ ਸਾਡੇ ਸ਼ੱਕ ਸ਼ੁਬੇ ਵੀ ਕਲੀਅਰ ਹੋ ਜਾਣਗੇ। ਔਰ ਇੱਕ ਰਾਮਾਨੰਦ ਸਵਾਮੀ ਜੀ ਦਾ ਗੁਰਬਾਣੀ ਦੇ ਵਿੱਚ ਇੱਕੋ ਸ਼ਬਦ ਹੈ, ਇਹ ਜਿਹੜਾ ਹੁਣੇ ਆਪਾਂ ਕੋਟ ਕੀਤਾ, ਭਾਈ ਸਾਹਿਬ ਨੇ ਵੀ ਕੋਟ ਕੀਤਾ, ਗੁਰ ਕਾ ਸ਼ਬਦ ਕਾਟੈ ਕੋ। ਰਾਮਾਨੰਦ ਸਵਾਮੀ ਜੀ ਦੀ ਬਾਣੀ ਹੈ, ਇੱਕੋ ਹੀ ਸ਼ਬਦ ਹੈ ਗੁਰਬਾਣੀ ਦੇ ਵਿੱਚ ਉਹਨਾਂ ਦਾ। ਔਰ ਇਹ ਹੀ ਭਗਤ ਕਬੀਰ ਸਾਹਿਬ ਦੇ ਗੁਰੂ ਸੀ, ਭਗਤ ਕਬੀਰ ਸਾਹਿਬ ਦੇ ਟੀਚਰ ਸੀ ਇਹ। ਰਾਮਾਨੰਦ ਸਵਾਮੀ ਰਮਤ ਬ੍ਰਹਮ, ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ 1195 ਨੰਬਰ ਸਫੇ ਦੇ ਉੱਤੇ ਸ਼ਬਦ ਹੈ, ਪੜ੍ਹ ਸਕਦੇ ਹੋ। ਉਹਦੇ ਚੋਂ ਕਹਿੰਦੇ ਕਤ ਜਾਈਏ ਰੇ ਘਰ ਲਾਗੋ ਰੰਗ। ਇਹ ਸ਼ਬਦ ਆਪਾਂ ਬਿਲਕੁਲ ਕਿਸੇ ਦਿਨ ਵਿਚਾਰਨਾ ਹੈ, ਔਰ ਬੜੀ ਡਿਟੇਲ ਦੇ ਵਿੱਚ ਵਿਚਾਰਾਂਗੇ। ਇਹ ਇੱਕੋ ਸ਼ਬਦ ਦੇ ਵਿੱਚ ਹੀ ਉਹਨਾਂ ਨੇ ਆਪਣਾ ਸਾਰੀ ਜ਼ਿੰਦਗੀ ਦਾ ਜਿਹੜਾ ਨਿਚੋੜ ਦੇ ਦਿੱਤਾ, ਵੀ ਪਹਿਲਾਂ ਕੀ ਸੀ ਹੁਣ ਕੀ ਹੈ, ਤੇ ਉਹਨਾਂ ਦਾ ਸਤਿਗੁਰ ਕੌਣ ਹੈ। ਜਿਹੜੇ ਭਗਤ ਕਬੀਰ ਸਾਹਿਬ ਦੇ ਟੀਚਰ ਸੀ, ਉਹਨਾਂ ਨੇ ਕਿਹਨੂੰ ਸਤਿਗੁਰ ਮੰਨਿਆ, ਇਹ ਆਪਾਂ ਕਿਸੇ ਦਿਨ ਪੂਰੀ ਬੈਠਕ ਇੱਥੇ ਲਾਵਾਂਗੇ ਇਸ ਸ਼ਬਦ ਦੇ ਉੱਤੇ। ਇਹਦੇ ਨਾਲ ਕਈ ਭਰਮ ਭੁਲੇਖੇ ਸਾਡੇ ਦੂਰ ਹੋਣਗੇ। ਸੋ ਆ ਕੋਸ਼ਿਸ਼ ਕਰਦੇ ਹਾਂ, ਅੱਜ ਵੀ 2 ਆਪਾਂ ਸ਼ਬਦ ਵਿਚਾਰ ਲਏ ਨੇ, ਅਗਲੀਆਂ ਬੈਠਕਾਂ 'ਚ ਵੀ ਥੋੜੀ ਘੱਟ ਗੱਲ ਕਰਕੇ ਆਪਾਂ ਇਹ ਸ਼ਬਦ ਵਿਚਾਰਾਂਗੇ। ਵਿੱਚੋਂ ਵੀ ਕਿਆ ਬਾਤ ਹੈ, ਕਿਆ ਬਾਤ ਹੈ। ਇਹ ਮੇਰਾ ਖਿਆਲ ਕੋਈ ਅਨਮਿਊਟ ਹੈ ਤੇ ਪਿੱਛੇ ਕੋਈ ਢੋਲ ਢਾਲ ਜੇ ਵੱਜੀ ਜਾਂਦੇ ਆ। ਅਮਰਜੀਤ ਸਿੰਘ, ਚਲੋ ਕੋਈ ਗੱਲ ਨਹੀਂ। ਕਿਸੇ ਹੋਰ ਸੱਜਣ ਨੇ ਕੋਈ ਕੁਐਸਚਨ ਕਰਨਾ, ਇੱਕ ਅੱਧਾ ਮਿੰਟ ਹੈ ਪਲੀਜ਼। ਜੇ ਕੋਈ ਵਿਚਾਰ ਹੈ ਤੇ ਉਹ ਕਰ ਲਓ, ਨਹੀਂ ਤੇ ਆਪਾਂ ਬੈਠਕ ਦੀ ਸਮਾਪਤੀ ਕਰੀਏ। ਯਾਰ ਇੱਕ ਮਿੰਟ। ਹਾਂ ਚਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲੇ ਹਫਤੇ ਇਸੇ ਦਿਨ ਇਸੇ ਸਮੇਂ ਫਿਰ ਮੁਲਾਕਾਤ ਹੋਏਗੀ। ਤਦ ਤੱਕ ਦੇ ਲਈ ਗੁਰਬਾਣੀ ਪੜ੍ਹੋ, ਨਾਮ ਅਭਿਆਸ ਕਰੋ, ਆਪਣੀ ਖੋਜ ਆਪ ਵੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।